ਸਤਨਾਮ ਵਾਹਿਗੁਰੂ ਸਾਹਿਬ ਜੀਓ। ਜਾਣ ਮਜੀਠੈ ਰੰਗ ਆਪ ਪਿਹਾਇਆ, ਕਦੇ ਨਾ ਛੱਡੈ ਸੰਗ ਬਣਤ ਬਣਾਇਆ। ਕਟ ਕਮਾਦ ਨਿਸ਼ੰਗ ਆਪ ਪੀੜਾਇਆ, ਕਰੈ ਨਾ ਮਨ ਰਸ ਭੰਗ ਅਮਿਓ ਚੁਆਇਆ। ਗੁੜ ਸ਼ੱਕਰ ਖੰਡ ਸੁਢੰਗ ਭੋਗ ਪੁਗਾਇਆ, ਸਾਧਨਾ ਮੋੜਨ ਅੰਗ ਜਗ ਪਰਚਾਇਆ। ਚੰਗਾ ਰੁਖ ਵਡਾਏ ਰਬਾਬ ਕੜਾਇਆ, ਛੇਲੀ ਹੋਏ ਕੁਹਾਏ ਮਾਸ ਵੰਡਾਇਆ। ਅੰਧੋਂ ਤਾਰ ਬਣਾਏ ਚੰਮ ਮੜਾਇਆ, ਸਾਧ ਸੰਗਤ ਵਿੱਚ ਆਏ ਨਾਦ ਵਜਾਇਆ। ਰਾਗ ਰੰਗ ਉਪਜਾਏ ਸ਼ਬਦ ਸੁਣਾਇਆ। ਸਤਿਗੁਰ ਪੁਰਖ ਧਿਆਏ ਸਹਿਜ ਸਮਾਇਆ। ਰਾਗ ਰੰਗ ਉਪਜਾਏ ਸ਼ਬਦ ਸੁਣਾਇਆ। ਸਤਿਗੁਰ ਪੁਰਖ ਧਿਆਏ ਸਹਿਜ ਸਮਾਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਦਸਾਂ ਪਾਤਸ਼ਾਹੀਆਂ ਦੇ ਪ੍ਰਤੱਖ ਸਰੂਪ ਸਮਰੱਥ ਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਅੰਦਰ ਜੁੜ ਬੈਠੇ ਸਤਿਕਾਰਯੋਗ ਸਾਧ ਸੰਗਤ ਜੀਓ, ਆਪ ਜੀ ਵਡਭਾਗੀ ਹੋ ਜੋ ਕਿ ਗੁਰੂ ਚਰਨਾਂ ਵਿੱਚ ਪਹੁੰਚ ਕੇ ਅਕਾਲ ਪੁਰਖ ਵਾਹਿਗੁਰੂ ਵੱਲੋਂ ਮਿਲੇ ਹੋਏ ਬੜੇ ਅਮੋਲਕ, ਜਿਸ ਦਾ ਕੋਈ ਕੀਮਤ ਨਹੀਂ, ਉਸ ਸਰੀਰ ਨੂੰ ਤੇ ਸਮੇਂ ਨੂੰ ਸਫਲ ਕਰ ਰਹੇ ਹੋ। ਜਿਵੇਂ ਕਿ ਅੱਜ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਨੌਵੇਂ ਪਾਤਸ਼ਾਹ, ਉਹਨਾਂ ਦਾ ਸ਼ਹੀਦੀ ਦਿਨ ਹੈ ਔਰ ਨਾਲ ਉਹਨਾਂ ਦੀ ਪ੍ਰੀਤ ਵਿੱਚ ਪਰੋਤੇ ਹੋਏ 3 ਗੁਰਸਿੱਖ, ਉਹਨਾਂ ਦੀ ਕੁਰਬਾਨੀ ਵੀ ਜਗਤ ਵਿੱਚ ਲਾਸਾਨੀ ਤੇ ਵੱਖਰੀ। ਜਿਨ੍ਹਾਂ ਗੁਰਸਿੱਖਾਂ ਨੇ ਸਤਿਗੁਰਾਂ ਦੇ ਸਰੀਰ ਦੀ ਸੰਭਾਲ ਕੀਤੀ, ਆਪਣੇ ਘਰ ਤੱਕ ਨੂੰ ਅੱਗ ਲਾ ਕੇ ਇਸ ਸੇਵਾ ਨੂੰ ਲੱਖੀ ਸ਼ਾਹ ਨੇ ਨਿਭਾਇਆ। ਭਾਈ ਜੈਤੇ ਨੇ ਆਪਣਾ ਸਿਰ, ਆਪਣਾ ਜੀਵਨ ਦਾਅ 'ਤੇ ਲਾ ਕੇ ਸਤਿਗੁਰਾਂ ਦਾ ਸੀਸ ਅਨੰਦਪੁਰ ਸਾਹਿਬ ਦੀ ਧਰਤੀ 'ਤੇ ਪਹੁੰਚਾਇਆ। ਉਹਨਾਂ ਦੇ ਸੰਬੰਧ ਵਿੱਚ ਵੀ ਵਿੱਚ ਬੇਨਤੀ ਕਰਾਂਗਾ, ਪਰ ਕੁਦਰਤੀ ਤੌਰ 'ਤੇ ਭਾਈ ਗੁਰਦਾਸ ਸਾਹਿਬ ਜੀ ਦੀਆਂ ਪੌੜੀਆਂ, ਜਿਨ੍ਹਾਂ ਨੂੰ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਬਾਣੀ ਦਾ ਕੁੰਜੀ ਦਾ ਜੋ ਬਖਸ਼ਿਸ਼ ਪ੍ਰਾਪਤ ਹੈ, ਪਿਛਲੇ ਦਿਨਾਂ ਤੋਂ ਲੜੀਵਾਰ ਰੂਪ ਵਿੱਚ 94 ਪੌੜੀਆਂ ਦੀ ਵਿਆਖਿਆ ਚੱਲ ਰਹੀ।
ਤੇ ਅੱਜ ਇਸੇ ਹੀ ਪ੍ਰਸੰਗ ਨਾਲ ਮਿਲਦੀ ਹੋਈਆਂ ਤਕਰੀਬਨ 2-3 ਪੌੜੀਆਂ 14ਵੀਂ ਵਾਰ ਵਿੱਚ ਇਹ ਸੁਭਾਏਮਾਨ ਨੇ, ਜਿਨ੍ਹਾਂ ਵਿੱਚ ਭਾਈ ਸਾਹਿਬ ਜੀ ਨੇ ਉਦਾਹਰਨਾਂ ਦੇ ਕੇ, ਜਿਵੇਂ ਉਹਨਾਂ ਗੁਰਮੁਖਾਂ ਨੇ ਗੁਰੂ ਦੇ ਪਿਆਰ ਵਿੱਚ, ਸੱਚ ਦੇ ਪਿਆਰ ਵਿੱਚ, ਸਿੱਖੀ ਦੇ ਪ੍ਰੇਮ ਵਿੱਚ ਪ੍ਰੀਤ ਨੂੰ ਸਿਰੇ ਨਿਭਾਉਂਦਿਆਂ ਆਪਣੇ ਜੀਵਨ ਦੀ ਪਰਵਾਹ ਨਾ ਕੀਤੀ ਤੇ ਲੱਗੀ ਹੋਈ ਪ੍ਰੀਤ ਨੂੰ ਸਿਰੇ ਤੇ ਲਾ ਦਿੱਤਾ। ਇੱਥੇ ਵੀ ਭਾਈ ਸਾਹਿਬ ਜੀ ਨੇ ਇਸੇ ਤਰ੍ਹਾਂ ਦੀਆਂ ਉਦਾਹਰਨਾਂ ਦਿੱਤੀਆਂ ਨੇ। ਕਹਿੰਦੇ ਨੇ ਕੱਪੜੇ ਨੂੰ ਚੜ੍ਹਿਆ ਹੋਇਆ ਰੰਗ ਤੇ ਬਹੁਤ ਸੋਹਣਾ ਲੱਗਦਾ, ਉਹਦੇ ਵੱਲ ਵੇਖ ਕੇ ਖਿੱਚ ਪੈਂਦੀ ਹੈ, ਪਰ ਭਾਈ ਗੁਰਦਾਸ ਜੀ ਕਹਿੰਦੇ ਉਸ ਕੱਪੜੇ ਨੂੰ ਪੁੱਛ ਕੇ ਵੇਖੋ, ਉਹਨੇ ਆਪਣੇ ਆਪ ਨੂੰ ਕਿੰਨਾ ਹਾਲਾਤਾਂ ਦੇ ਵਿੱਚੋਂ ਲੰਘਾਇਆ ਤੇ ਤਾਂ ਅੱਜ ਰੰਗ ਉਹਦੇ ਤੇ ਚਮਕਦਾ ਹੈ। ਪਹਿਲਾਂ ਉਹ ਕਪਾਹ ਸੀ, ਉਹਦੇ ਬੀਜ ਨੂੰ ਜ਼ਿਮੀਂਦਾਰ ਨੇ ਜ਼ਮੀਨ ਵਿੱਚ ਬੀਜਿਆ, ਉਸ ਬੀਜ ਨੇ ਆਪਣਾ ਆਪ ਗਲਣ ਦਿੱਤਾ, ਸਮਾਪਤ ਹੋਣ ਦਿੱਤਾ ਤੇ ਕਪਾਹ ਦਾ ਬੂਟਾ ਬਣਿਆ। ਫਿਰ ਉਸ ਕਪਾਹ ਦੇ ਬੂਟੇ ਨੂੰ ਫੁੱਲ ਲੱਗੇ, ਰੂਈ ਲੱਗੀ, ਫਿਰ ਉਸ ਕਪਾਹ ਨੂੰ ਚੁਣਿਆ ਗਿਆ। ਇਹ ਸਾਰੀ ਮਿਹਨਤ ਹੈ। ਇਹ ਉਦਾਹਰਨਾਂ ਤਾਂ ਨੇ। ਪਿੱਛੇ ਆਪਾਂ ਜਿਹੜਾ ਇਹਦਾ ਸਾਰੀਆਂ ਉਦਾਹਰਨਾਂ ਦਾ ਮੁੱਖ ਮੰਤਵ ਉਹ ਜ਼ਰੂਰ ਚੇਤੇ ਵਿੱਚ ਰੱਖਣਾ। ਜੇ ਮੈਂ ਛੋਟੇ ਸ਼ਬਦਾਂ ਵਿੱਚ ਕਹਾਂ ਤੇ ਇਹਨਾਂ ਸਾਰੀਆਂ ਪੌੜੀਆਂ ਦਾ ਮਤਲਬ ਇਹ ਹੈ ਕਿ ਰੱਬ ਦੇ ਘਰ ਵਿੱਚ ਪ੍ਰਵਾਨ ਹੋਣ ਵਾਸਤੇ ਇੱਕ ਵੱਡੀ ਸਟੱਡੀ ਵਿੱਚੋਂ, ਮਿਹਨਤ ਦੇ ਵਿੱਚੋਂ ਲੰਘਣਾ ਪੈਂਦਾ, ਕੁਰਬਾਨੀ ਵਿੱਚੋਂ ਲੰਘਣਾ ਪੈਂਦਾ। ਉਦਾਹਰਨਾਂ ਦਿੱਤੀਆਂ ਜਾ ਰਹੀਆਂ ਨੇ ਕਈ ਚੀਜ਼ਾਂ ਦੀ। ਕਹਿੰਦੇ ਨੇ ਜਦੋਂ ਕੱਪੜਾ ਅੱਜ ਬਹੁਤ ਸੋਹਣਾ ਲੱਗਦਾ, ਪਰ ਇਹਦਾ ਇਤਿਹਾਸ ਖੋਜ ਕੇ ਭਾਈ ਗੁਰਦਾਸ ਜੀ ਨੇ ਲਿਖਿਆ ਕਿ ਜਦੋਂ ਕਪਾਹ ਦੀ ਜਿਹਦੇ ਵਿੱਚ ਅਜੇ ਕੱਲਾ ਰੂਹ ਨਹੀਂ, ਵਿੱਚ ਉਹਦੇ ਵੜੇਵੇਂ ਵੀ ਬਣੇ, ਕਹਿੰਦੇ ਨੇ ਜਦੋਂ ਉਹਨੂੰ ਇੱਕ ਰੂਹ ਪਿੰਜਣ ਵਾਲੇ ਨੇ ਆਪਣੀ ਪਿੰਜਣੀ ਤੇ ਚੜਾਇਆ ਤੇ ਉਹਨੇ ਉਸ ਰੂਹ ਨੂੰ, ਉਸ ਕਪਾਹ ਨੂੰ ਤੂੰਬਾ ਕਰ ਦਿੱਤਾ, ਇੱਕ ਇੱਕ ਲੂੰ ਕਰਕੇ ਉਡਾ ਦਿੱਤਾ। ਜਿੱਥੇ ਰੂੰ ਕੱਤਦੇ ਨੇ, ਸੂਤਰ ਕੱਤਦੇ ਨੇ, ਹੁਣ ਤੇ ਮਸ਼ੀਨਾਂ ਬਦਲ ਗਈਆਂ ਨੇ, ਉੱਥੇ ਕਦੀ ਵੇਖਣਾ ਵੀ ਜਿੱਥੇ ਰੂੰ ਕਪਾਹ ਲੈ ਕੇ ਜਾਂਦੇ ਸਨ ਪਿੰਡਾਂ ਵਿੱਚ ਪੰਡਾਂ ਬੰਨ੍ਹ ਕੇ, ਤੇ ਜਿੱਥੇ ਉਹ ਰੂੰ ਪਿੰਜਣ ਵਾਲੀ ਮਸ਼ੀਨ ਹੈ ਉਹਦੇ ਆਲੇ ਦੁਆਲੇ ਵੀ ਰੂੰ ਉੱਡਦਾ ਦਿਸਦਾ ਆਕਾਸ਼ ਵਿੱਚ, ਇੰਨੀ ਉਹਦੇ ਵਿੱਚ ਉਸ ਰੂੰ ਨੂੰ ਖਿੱਚਿਆ ਜਾਂਦਾ, ਇੱਕ ਇੱਕ ਤੂੰਬਾ, ਇੱਕ ਇੱਕ ਨਾੜ ਉਹਦੀ ਕਰ ਦਿੱਤੀ ਜਾਂਦੀ। ਉੱਥੇ ਫਿਰ ਉਹਨੂੰ ਪਿੰਜ ਕੇ ਰੂੰ ਬਣਾਇਆ, ਫਿਰ ਉਹਦੀਆਂ ਛੋਟੀਆਂ ਛੋਟੀਆਂ ਟੁਕੜੇ ਬਣਾਏ, ਗੋੜੀਆਂ ਬਣਾਈਆਂ, ਫਿਰ ਕਹਿੰਦੇ ਨੇ ਚਰਖੇ ਤੇ ਚੜਾ ਕੇ ਉਹਨੂੰ ਕੱਤਿਆ ਤੇ ਇੰਨੇ ਵੱਟ ਚਾੜੇ ਵੀ ਤੁਸੀਂ ਆਪਣੇ ਆਪ ਸੋਚ ਸਕਦੇ ਹੋ। ਜਦੋਂ ਤੰਦ ਬਣੀ, ਧਾਗਾ ਜਦੋਂ ਬਣਦਾ ਕਿੰਨੀ ਮਿਹਨਤ ਨਾਲ, ਕਿੰਨੇ ਵੱਟ ਚੜਾਉਣੇ ਪੈਂਦੇ ਉਸ। ਫਿਰ ਉਹ ਧਾਗਾ ਬਣਿਆ, ਫਿਰ ਖੱਡੀ ਵਾਲੇ ਕੋਲ ਗਿਆ, ਮਸ਼ੀਨ ਵਾਲੇ ਕੋਲ ਗਿਆ ਤੇ ਉਹਨੇ ਇੱਕ ਇੱਕ ਤਾਰ ਪਾ ਕੇ ਕੱਲਾ ਕੱਲਾ ਬਣਾਇਆ, ਤਾਂ ਕਿਤੇ ਉਹ ਕੱਪੜਾ ਬਣਿਆ। ਤੇ ਭਾਈ ਗੁਰਦਾਸ ਜੀ ਕਹਿੰਦੇ ਨੇ ਵੇਖੋ ਕਿੰਨੇ ਦੁੱਖ ਵਿੱਚੋਂ ਲੰਘਿਆ। ਜੇ ਬਾਹਰੋਂ ਵੇਖੀਏ ਤੇ ਮਾਰ ਕਿੰਨੀ ਖਾਧੀ ਉਹਨੇ, ਅਜੇ ਵੀ ਉਹਦੇ ਤੇ ਬਸ ਨਹੀਂ ਹੋਈ, ਅਜੇ ਉਹਦਾ ਮੁੱਲ ਨਹੀਂ ਪਿਆ। ਕਿਉਂਕਿ ਜਿਹੜੀਆਂ ਵੀ ਚੀਜ਼ਾਂ ਦਾ ਸੰਸਾਰ ਵਿੱਚ ਮੁੱਲ ਪਿਆ ਹੈ, ਉਹ ਚੀਜ਼ਾਂ ਮਿਹਨਤ ਵਿੱਚੋਂ, ਉਹ ਚੀਜ਼ਾਂ ਕਿਸੇ ਨਾ ਕਿਸੇ ਮਸ਼ੱਕਤ ਦੇ ਵਿੱਚੋਂ ਗੁਜ਼ਰੀਆਂ, ਨਹੀਂ ਤੇ ਜ਼ਿੰਦਗੀ ਬੇਜਾਨ ਹੈ, ਪੱਥਰ ਹੈ, ਕਿਸੇ ਕੰਮ ਦੀ ਨਹੀਂ। ਧਰਮ ਨੂੰ ਤਾਂ ਹੀ ਬਹੁਤ ਘੱਟ ਲੋਕ ਅਖਤਿਆਰ ਕਰਦੇ ਨੇ ਕਿਉਂਕਿ ਧਰਮ ਕੁਰਬਾਨੀ ਹੈ ਆਪਣੇ ਆਪ ਦੀ। ਪਰ ਇੱਕ ਗੱਲ ਪੱਕੀ ਹੈ, ਇਹਦੀ ਕੀਮਤ ਉਦੋਂ ਵਧੇਗੀ ਜਦੋਂ ਇਸ ਕੁਰਬਾਨੀ ਵਿੱਚੋਂ ਲੰਘੇ। ਭਾਈ ਗੁਰਦਾਸ ਕਹਿੰਦੇ ਫਿਰ ਵੀ ਉਸ ਕੱਪੜੇ ਦੀ ਅਜੇ ਸੰਪੂਰਨਤਾ ਨਹੀਂ, ਕਿਉਂਕਿ ਉਹਨੂੰ ਬਣਾਉਂਦਿਆਂ, ਉਹਦਾ ਧਾਗਾ ਬਣਾਉਂਦਿਆਂ, ਚਰਖੇ ਤੇ ਕੱਤਦਿਆਂ, ਕਈ ਕੁਝ ਕਰਦਿਆਂ ਉਹ ਮੈਲਾ ਹੋ ਗਿਆ ਸੀ, ਉਹਦੇ ਵਿੱਚ ਮੈਲ ਪੈ ਗਈ। ਕਹਿੰਦੇ ਜਦੋਂ ਮੈਲਾ ਹੋ ਗਿਆ ਤੇ ਫਿਰ ਧੋਬੀ ਨੂੰ ਜਾ ਕੇ ਦੇ ਕੇ ਆਏ, ਤੇ ਪੁਰਾਣੇ ਸਮੇਂ ਵਿੱਚ ਧੋਬੀ ਕਹਿ ਲਈਏ ਜਾਂ ਅੱਜ ਵਾਸ਼ਿੰਗ ਮਸ਼ੀਨ ਹੈ, ਉਹਦੇ ਵਿੱਚ ਵੇਖੋ ਕਦੀ ਉਸ ਕੱਪੜੇ ਦਾ ਕੀ ਹਾਲ ਹੁੰਦਾ ਜਿਹਨੂੰ ਧੋਤਾ ਜਾਂਦਾ, ਕਦੀ ਉੱਧਰ ਨੂੰ ਖਿੱਚ ਕੇ ਵਗਾਇਆ ਜਾਂਦਾ, ਕਦੀ ਉੱਧਰ ਨੂੰ।
ਕਹਿੰਦੇ ਨੇ ਪਰ ਆਪਾਂ ਪੁਰਾਣੀਆਂ ਉਦਾਹਰਨਾਂ ਲਵਾਂਗੇ। ਧੋਬੀ ਨੇ ਪਕੜ ਕੇ, ਜਦੋਂ ਪੁਰਾਣੇ ਧੋਬੀ ਸਨ ਉਹ ਪੱਥਰ ਦੇ ਉੱਤੇ ਘੁਮਾ ਘੁਮਾ ਕੇ ਮਾਰਦੇ ਸਨ ਕੱਪੜੇ ਨੂੰ, ਖਿੱਚ ਖਿੱਚ ਕੇ ਉਹਦੀ ਮੈਲ ਕੱਢਣ ਵਾਸਤੇ। ਇਸ ਤਰ੍ਹਾਂ ਕਹਿੰਦੇ ਨੇ ਉਸ ਧੋਬੀ ਨੇ ਉਸ ਕੱਪੜੇ ਨੂੰ ਵਲ ਵਲ ਕੇ ਪੱਥਰ ਤੇ ਮਾਰ ਮਾਰ ਕੇ ਧੋ ਧੋ ਕੇ ਉਹਦੀ ਮੈਲ ਕੱਢੀ। ਇਹ ਵੀ ਬੜਾ ਦੁੱਖ ਸੀ। ਇਹ ਉਦਾਹਰਨਾਂ ਨੇ ਸਾਰੀਆਂ ਕਿ ਗੁਰਸਿੱਖ ਲੱਗਦਾ ਤਾਂ ਇਸੇ ਤਰ੍ਹਾਂ ਵੀ ਦੁੱਖ ਹੈ। ਦੁੱਖ ਦਾਰੂ ਸੁਖ ਰੋਗ ਪਿਆ, ਜਾ ਸੁਖ ਤਾਮ ਨਾ ਹੋਈ, ਤੂੰ ਕਰਤਾ ਕਰਨਾ ਮੈਂ ਨਾਹੀ, ਜਾਹੋਂ ਕਰੀ ਨਾ ਹੋਈ। ਜਿਹੜੇ ਵੀ ਲੋਕ ਮਨੁੱਖਾ ਜੀਵਨ ਦੇ ਸਿਖਰ ਤੇ ਪਹੁੰਚੇ ਨੇ, ਆਪਾਂ ਕਹਿੰਦੇ ਹਾਂ ਬਾਣੀ ਪੜ੍ਹਨੀ ਸੌਖੀ ਗੱਲ ਨਹੀਂ ਹੈ। ਗੁਰਸਿੱਖੀ ਕਮਾਉਣੀ, ਉਹਦੇ ਵਿੱਚ ਮਿਹਨਤ ਤੇ ਕਰਨੀ ਪਏਗੀ ਔਰ ਦਾਅ ਤੇ ਲਾਉਣਾ ਪਏਗਾ, ਕੁਰਬਾਨੀ ਕਰਨੀ ਪਏਗੀ। ਕੁਰਬਾਨੀ ਉਸ ਚੀਜ਼ ਨੂੰ ਕਹਿੰਦੇ ਨੇ ਜਿਹੜਾ ਕੰਮ ਕਰੀਏ ਤੇ ਉਸ ਕੰਮ ਦੇ ਤਬਾਦਲੇ ਤੇ ਉਸੇ ਵੇਲੇ ਕੁਝ ਨਾ ਮਿਲੇ, ਉਹ ਕੁਰਬਾਨੀ ਹੁੰਦੀ। ਨਹੀਂ ਤੇ ਸੰਸਾਰਕ ਕਾਰਜ ਉਹਦੇ ਵਿੱਚ ਤੇ ਸਾਹਮਣੇ ਇੱਕ ਪਾਸਿਓਂ ਕੀਤਾ ਜਾਂਦਾ ਤੇ ਸ਼ਾਮ ਨੂੰ ਬੰਦਾ ਤਨਖਾਹ ਮੰਗਦਾ। ਪਰ ਰੱਬ ਦੇ ਘਰ ਦਾ ਪਿਆਰ ਇਸ ਤਰ੍ਹਾਂ ਦਾ ਨਹੀਂ ਵੀ ਅੱਜ ਕੀਤਾ ਤੇ ਅਸੀਂ ਕਹਾਂਗੇ ਸ਼ਾਮ ਨੂੰ ਕੁਝ ਮਿਲੇ। ਇੱਥੇ ਤੇ ਕਰੀ ਜਾਣਾ ਤੇ ਕਰੀ ਜਾਣਾ, ਪਰਤ ਕੇ ਸਿਰ ਚੁੱਕ ਕੇ ਮੰਗਣਾ ਨਹੀਂ। ਇਹਨੂੰ ਕਹਿੰਦੇ ਨੇ ਕੁਰਬਾਨੀ। ਕੁਰਬਾਨੀ ਦਾ ਮਤਲਬ ਬੇਸ਼ਰਤ, ਜਿਹਦੇ ਵਿੱਚ ਕੋਈ ਮੰਗ ਨਹੀਂ, ਜਿਹਦੇ ਵਿੱਚ ਸਿਰਫ ਆਪਣੇ ਆਪ ਦੀ ਕੁਰਬਾਨੀ ਹੈ। ਪਰ ਇਸ ਦਾ ਰਸ ਕੁਰਬਾਨੀ ਦਾ ਵੀ ਕਿੰਨਾ ਕੁ ਹੈ। ਜਦੋਂ ਕੋਈ ਬੰਦਾ 4 ਕੁ ਕਦਮ ਤੁਰਦਾ ਹੈ ਤੇ ਉਦੋਂ ਇਸ ਚੀਜ਼ ਦਾ ਅਹਿਸਾਸ ਹੁੰਦਾ ਹੈ ਵੀ ਰੱਬ ਦੇ ਪਿਆਰ ਦੀ ਕੁਰਬਾਨੀ ਵਿੱਚ ਵੀ ਬਹੁਤ ਵੱਡਾ ਰਸ। ਤਾਂ ਹੀ ਇਹਨੇ ਲੋਕ ਉਹਦੇ ਪਿਆਰ ਦੇ ਵਿੱਚ ਜਦੋਂ ਇੱਕ ਸੰਸਾਰੀ ਨਜ਼ਰ ਨਾਲ ਅਸੀਂ ਵੇਖਦੇ ਹਾਂ, ਜਿਹੜੀ ਸੋਚ ਪਦਾਰਥਵਾਦੀ ਹੈ, ਜਿਹੜੀ ਸਾਡੀ ਬੁੱਧੀ ਸੰਸਾਰ ਦੀ ਤੱਕੜੀ ਤੋਲਦੀ ਹੈ, ਹਿਸਾਬ ਕਿਤਾਬ ਕਰਦੀ ਹੈ, ਤੇ ਉਹਨਾਂ ਨੇ ਤਾਂ ਸੂਲੀ ਤੇ ਚੜ੍ਹਨ ਵਾਲਿਆਂ ਨੂੰ ਵੀ ਕਿਹਾ ਵੀ ਇਹ ਤੇ ਇੱਕ ਤਰ੍ਹਾਂ ਦਾ ਕਹਿ ਲਓ ਵੀ ਮੂਰਖਤਾ ਹੈ, ਵੀ ਸਰੀਰ ਨੂੰ ਬਿਨਾਂ ਕੰਮ ਤੋਂ ਹੀ ਆਪਣੇ ਨੂੰ ਖਤਮ ਕਰਾ ਦੇਣ। ਉਹ ਤੇ ਕਹਿਣਗੇ ਜਿਹੜੇ ਇਸ ਮਾਰਗ ਤੇ 2 ਤਰ੍ਹਾਂ ਦੇ ਲੋਕ, ਜਿਹੜੀ ਵਿਆਖਿਆ ਧਰਮ ਕਰਦਾ, ਜਿਹੜੀ ਵਿਆਖਿਆ ਗੁਰੂ ਗ੍ਰੰਥ ਸਾਹਿਬ ਕਰਦੇ ਨੇ, ਜੋ ਭਾਈ ਗੁਰਦਾਸ ਜੀ ਕਹਿ ਰਹੇ ਨੇ, ਜਿਹੜਾ ਇੱਕ ਬੰਦਾ ਸਿਰਫ ਮਿੱਟੀ ਦੇ ਦੁਆਲੇ ਜ਼ਿੰਦਗੀ ਜੀ ਰਿਹਾ ਹੈ, ਪਦਾਰਥ ਦੇ ਦੁਆਲੇ ਘੁੰਮ ਰਿਹਾ ਹੈ, ਤੇ ਪਦਾਰਥ ਦੇ ਵਿੱਚ ਘੁੰਮਦਿਆਂ ਘੁੰਮਦਿਆਂ ਬਾਹਰਲਾ ਸਰੀਰ ਤੇ ਉਹਦਾ ਪਦਾਰਥ ਦਾ ਹੈ ਸੀ, ਇੱਕ ਦਿਨ ਉਹਦਾ ਮਨ ਵੀ ਪਦਾਰਥ ਦਾ ਰੂਪ ਧਾਰਨ ਕਰ ਜਾਂਦਾ। ਉਹ ਇਸ ਚੀਜ਼ ਨੂੰ ਵੇਖ ਨਹੀਂ ਸਕੇਗਾ, ਉਹਦੀ ਸਮਝ ਵਿੱਚ ਆਏਗੀ ਨਹੀਂ। ਉਹਨਾਂ ਨੇ ਤੇ ਗੁਰੂ ਨਾਨਕ ਦੇਵ ਜੀ ਨੂੰ ਵੀ ਕਹਿ ਦਿੱਤਾ। ਕਿਸੇ ਨੇ ਕਿਹਾ ਕੋਈ ਆਖੈ ਭੂਤਨਾ, ਕੋ ਕਹੈ ਬੇਤਾਲਾ, ਕੋਈ ਆਖੈ ਆਦਮੀ, ਨਾਨਕ ਵਿਚਾਰ। ਕਿਉਂਕਿ ਦੋਵਾਂ ਦਾ ਜੋੜ ਨਹੀਂ ਪੈਂਦਾ। ਇਹ ਵੀ ਜਿਹੜੀ ਗੱਲ ਭਾਈ ਗੁਰਦਾਸ ਜੀ ਕਰ ਰਹੇ ਨੇ, ਇਹ ਸਮਝ ਉਹਨਾਂ ਨੂੰ ਆਏਗੀ ਜਿਹੜੇ ਤੁਰੇ ਨੇ। ਦੂਸਰੇ ਵਾਸਤੇ ਜਾਂ ਇਹ ਕਹਾਣੀਆਂ ਹੋਣਗੀਆਂ ਤੇ ਜਾਂ ਉਹਨਾਂ ਵਾਸਤੇ ਇਹ ਕੁਝ ਵੀ ਨਹੀਂ। ਭਾਈ ਗੁਰਦਾਸ ਜੀ ਕਹਿੰਦੇ ਨੇ ਇੱਕ ਧਾਰਮਿਕ ਬੰਦਾ ਉਸ ਕੱਪੜੇ ਵਰਗਾ ਹੈ ਜਿਹੜਾ ਸਿਰੇ ਤੇ ਚੜ੍ਹਨ ਵਾਸਤੇ ਕਈ ਪ੍ਰਕਾਰ ਦੀ ਬਹੁਤ ਤਰ੍ਹਾਂ ਦੀ ਹਿੱਸਿਆਂ ਦੇ ਵਿੱਚੋਂ ਗੁਜ਼ਰਦਾ ਹੈ। ਤੇ ਇਸ ਤਰ੍ਹਾਂ ਵੀ ਗੁਰਸਿੱਖ ਜਿਹੜਾ ਹੈ ਰੱਬ ਦੇ ਪਿਆਰ ਵਿੱਚ ਬਿਲਕੁਲ ਇਸੇ ਤਰ੍ਹਾਂ ਆਪਣੇ ਆਪ ਨੂੰ ਅੱਗੇ ਦੀ ਅੱਗੇ ਘੜਦਾ ਜਾਂਦਾ ਹੈ ਤੇ ਤਾਂ ਸਿਰੇ ਤੇ ਲੱਗਦਾ। ਕਹਿੰਦੇ ਨੇ ਕੱਪੜਾ ਤਿਆਰ ਹੋਣ ਵਿੱਚ, ਮੈਂ ਆਪ ਜੀ ਨਾਲ ਪਹਿਲੀ ਉਦਾਹਰਨ ਸਾਂਝੀ ਕਰ ਰਿਹਾ, ਕਿੰਨਿਆਂ ਦੁੱਖਾਂ ਵਿੱਚੋਂ ਲੰਘਿਆ ਤੇ ਫਿਰ ਉਹ ਕਪਾਹ ਜਿਹੜੀ ਇਹ ਕੱਪੜੇ ਦਾ ਰੂਪ ਬਣੀ। ਇਸ ਤੋਂ ਅੱਗੇ ਅਗਲਾ ਕੰਮ ਉਹਨੂੰ ਧੋਤਾ ਗਿਆ ਤੇ ਧੋਣ ਤੋਂ ਬਾਅਦ ਉਹ ਜਿਹੜਾ ਥਾਣ ਸੀ ਉਹ ਦੁਕਾਨ ਤੇ ਗਿਆ, ਪਰ ਅਜੇ ਵੀ ਉਹਦੀ ਮਿਹਨਤ ਪੂਰੀ ਨਹੀਂ ਹੋਈ। ਦੁਕਾਨ ਤੇ ਗ੍ਰਾਹਕ ਗਿਆ, ਉਹਨੇ ਪਸੰਦ ਕੀਤਾ, ਹੱਥ ਵਿੱਚ ਫੜ ਫੜ ਕੇ ਮਲ ਕੇ ਵੀ ਚੱਜ ਦਾ ਹੈ ਕਿ ਨਹੀਂ। ਕੋਈ ਜ਼ਰੂਰੀ ਨਹੀਂ ਕਿ ਇੱਕ ਕੱਪੜਾ ਇੰਨੇ ਦੁੱਖ ਵਿੱਚੋਂ ਲੰਘਿਆ ਤੇ ਫਿਰ ਵੀ ਗ੍ਰਾਹਕ ਆਉਂਦਿਆਂ ਸਾਰ ਕਵੇ ਵੀ ਠੀਕ ਹੈ। ਇਹ ਉਹਦੇ ਉੱਤੇ ਡਿਪੈਂਡ ਕਰਦਾ ਹੈ ਵੀ ਉਹਨੂੰ ਪ੍ਰਵਾਨ ਕਰਦਾ ਹੈ ਕਿ ਨਹੀਂ। ਤੇ ਇਹ ਵੀ ਸਾਧ ਸੰਗਤ ਦੀ ਜ਼ਰੂਰੀ ਨਹੀਂ ਵੀ ਸਿੱਖ ਸਿੱਖੀ ਕਮਾਉਂਦਾ ਪਿਆ, ਧਰਮ ਦੇ ਮਾਰਗ ਤੇ ਚੱਲਦਾ ਹੈ, ਜੋ ਜੋ ਗੁਰੂ ਨੇ ਕਿਹਾ ਉਸੇ ਤਰ੍ਹਾਂ ਕਰੀ ਜਾਂਦਾ ਹੈ। ਦਾਵਾ ਉਸ ਕੱਪੜੇ ਵਾਂਗੂ ਫਿਰ ਵੀ ਨਹੀਂ ਕਿ ਇਹ ਪ੍ਰਵਾਨ ਹੋ ਜਾਏਗਾ। ਉਹ ਪ੍ਰਵਾਨ ਕਰਨ ਵਾਲੇ ਦੀ ਮਰਜ਼ੀ ਹੈ। ਜੇ ਪ੍ਰਵਾਨ ਕਰ ਲੈ ਤੇ ਉਹਦੀ ਖੁਸ਼ੀ, ਤੇ ਜੇ ਛੱਡ ਕੇ ਚਲਾ ਜਾਏ ਤੇ ਫਿਰ ਉਡੀਕ ਕਰਨੀ ਪਏ। ਇਹ ਮਾਰਗ ਇਸ ਤਰ੍ਹਾਂ ਪ੍ਰੇਮ ਦਾ ਮਾਰਗ, ਇੱਥੇ ਦਾਵਾ ਕੋਈ ਨਹੀਂ। ਇੱਥੇ ਇਸ ਤਰ੍ਹਾਂ ਦੀ ਹਉਮੈ
ਤੇ ਦਾਅਵੇ ਚੱਲਦੇ ਹੀ ਨਹੀਂ। ਕਹਿੰਦੇ ਨੇ ਫਿਰ ਗ੍ਰਾਹਕ ਨੇ ਜਦੋਂ ਖਰੀਦਿਆ ਨਾ ਤੇ ਉਹਦੇ ਟੁਕੜੇ ਕੈਂਚੀ ਨੇ ਕੀਤੇ, ਟੁਕੜੇ ਹੋਏ, ਸਾਰੀ ਕੁਰਬਾਨੀ। ਫਿਰ ਉਹ ਗ੍ਰਾਹਕ ਖਰੀਦ ਕੇ ਲਿਆ ਤੇ ਉਹਨੇ ਦਰਜੀ ਕੋਲ, ਟੇਲਰ ਕੋਲ ਜਦੋਂ ਲਿਆ, ਉਹਨੇ ਕਿਹਾ ਵੀ ਮੇਰੇ ਸਰੀਰ ਦਾ ਵਸਤਰ ਜਾਮਾ ਬਣਾ ਕੇ ਦੇ। ਤੇ ਜਦੋਂ ਦੇ ਕੇ ਆਇਆ, ਦਰਜੀ ਨੇ ਉਹਦੇ ਇੱਕ ਨਹੀਂ ਪਤਾ ਨਹੀਂ 20-25 ਟੁਕੜੇ ਕਰ ਦਿੱਤੇ, ਛੋਟੀਆਂ ਛੋਟੀਆਂ ਲੀਰਾਂ ਬਣਾ ਦਿੱਤੀਆਂ ਤੇ ਪਰਤ ਕੇ ਸੂਈ ਦੇ ਥੱਲੇ ਦੇ ਕੇ ਉਹਦੇ ਉਸ ਕੱਪੜੇ ਦੇ ਵਿੱਚ ਸੈਂਕੜਿਆਂ ਦੀ ਗਿਣਤੀ ਵਿੱਚ ਸੁਰਾਖ ਕੱਢੇ, ਤਾਂ ਜਾ ਕੇ ਉਹ ਚੋਲਾ ਬਣਿਆ, ਜਾਮਾ ਬਣਿਆ, ਕਮੀਜ਼ ਬਣਿਆ। ਤੇ ਜਦੋਂ ਫਿਰ ਗਲ ਪਾਇਆ ਨਾ, ਆਦਮੀ ਉਹਨੂੰ ਪਾ ਕੇ ਤੁਰਦਾ ਤੇ ਨਾਲੇ ਵਹਿੰਦਾ ਵੀ ਕਿੰਨਾ ਸੋਹਣਾ ਲੱਗਦਾ। ਇਹ ਉਦਾਹਰਨ ਭਾਈ ਗੁਰਦਾਸ ਜੀ ਕਹਿ ਰਹੇ ਨੇ। ਕਹਿੰਦੇ ਨੇ ਵੇਖੋ, ਜੇ ਤੇ ਸਿਰੇ ਤੇ ਲੱਗਣਾ ਜੀਵਨ, ਫਿਰ ਤਾਂ ਉਸ ਕਪਾਹ ਵਾਂਗ ਮਿਹਨਤ ਦੇ ਵਿੱਚੋਂ ਗੁਜ਼ਰਨਾ ਪਏਗਾ। ਤੇ ਮਿਹਨਤ ਕਿਹੜੀ ਹੈ? ਗੁਰੂ ਦੇ ਹੁਕਮ ਦੇ ਵਿੱਚ ਤੁਰਨਾ। ਜਿਉਂ-ਜਿਉਂ ਗੁਰੂ ਦੇ ਹੁਕਮ ਵਿੱਚ ਕੋਈ ਵੀ ਚੀਜ਼ ਹੈ, ਘੜੀ ਤਾਂ ਜਾਂਦੀ ਹੈ, ਮੁੱਲ ਤਾਂ ਪੈਂਦਾ ਜਦੋਂ ਉਹ ਘੜੀ ਜਾਏਗੀ। ਵੇਖੋ, ਇੱਕ ਸਾਹਮਣੇ ਲੋਹੇ ਦਾ ਟੁਕੜਾ ਪਿਆ 1 ਕਿਲੋ ਦਾ, ਸਟੀਲ ਦਾ ਟੁਕੜਾ ਪਿਆ, ਜਦੋਂ ਤੁਸੀਂ ਸਿੱਧਾ ਵੇਚਣ ਜਾਓ ਬਾਜ਼ਾਰ ਵਿੱਚ ਤੇ ਉਹਦੀ ਕੋਈ ਕੀਮਤ ਨਹੀਂ। ਆ ਛੋਟੀ ਜਿਹੀ ਘੜੀ ਹੈ, ਹੱਥ ਤੇ ਬੰਨੀਏ, ਇਹਨਾਂ ਦੀ ਕੀਮਤ ਹਜ਼ਾਰਾਂ ਲੱਖਾਂ ਨੂੰ ਪਾਰ ਕਰ ਜਾਂਦੀ ਹੈ। ਪਰ ਜੇ ਇਹਦਾ ਵਜ਼ਨ ਤੋਲੀਏ ਵੀ ਸਟੀਲ ਕਿੰਨਾ ਕੁ ਹੋਵੇ, ਜੇ ਵਜ਼ਨ ਦੇ ਤੌਰ ਤੇ ਲੋਹੇ ਦਾ ਟੁਕੜਾ ਹੋਵੇ ਤੇ ਬਾਜ਼ਾਰ ਵਿੱਚ ਲੈ ਕੇ ਜਾਓ, ਇਹਦਾ ਮੁੱਲ ਕੁਝ ਪੈਸਿਆਂ ਤੋਂ ਜ਼ਿਆਦਾ ਨਹੀਂ ਜੇ ਵਜ਼ਨ ਦੇ ਤੌਰ ਤੇ ਵੇਚੀਏ। ਪਰ ਇਹ ਇੰਨੀ ਮਹਿੰਗੀ ਕਿਉਂ ਹੋਈ? ਇਹਦਾ ਮੁੱਲ ਇੰਨਾ ਕਿਉਂ ਵਧਿਆ? ਕੀ ਕਾਰਨ ਸੀ? ਹੈ ਉਹ ਸਟੀਲ ਜਿਹੜਾ ਟੁਕੜਾ ਕਿਸੇ ਕੰਮ ਦਾ ਨਹੀਂ, ਕੋਈ ਨਹੀਂ ਇਹਨੂੰ ਖਰੀਦਦਾ। ਪਰ ਜਦੋਂ ਇਹ ਘੜੀ ਉਸ ਪੁਰਜਿਆਂ ਦੇ ਵਿੱਚੋਂ ਲੰਘੀ ਜਿੱਥੇ ਇਹਦੇ ਛੋਟੇ ਛੋਟੇ ਪੁਰਜੇ ਘੜੇ ਗਏ, ਜਦੋਂ ਇਹਦੇ ਵਿੱਚ ਕੁਆਲਿਟੀ ਆ ਗਈ, ਯੋਗਤਾ ਆ ਗਈ, ਤੇ ਜਦੋਂ ਉਹਦਾ ਜੋੜ ਕੀਤਾ ਗਿਆ, ਉਸੇ ਘੜੀ ਦਾ ਮੁੱਲ ਕਈ ਹਜ਼ਾਰਾਂ ਗੁਣਾ ਵੱਧ ਗਿਆ। ਜੀਵਨ ਉਹੀ ਹੈ, ਇੱਕ ਜੀਵਨ ਸਿਰਫ ਇੱਥੋਂ ਤੱਕ ਸੀਮਤ ਹੈ। ਸਵੇਰੇ ਉੱਠਿਆ, ਜਲ ਪਾਣੀ ਛਕਿਆ, ਕੰਮ ਕੀਤਾ, ਸ਼ਾਮ ਨੂੰ ਘਰ ਆ ਗਏ, ਸੌਂ ਗਏ। ਸਵੇਰੇ ਉੱਠ ਕੇ ਜ਼ਿੰਦਗੀ ਇੱਕ ਰਿਪੀਟਿੰਗ ਵਿੱਚ ਬਦਲ ਗਈ, ਜ਼ਿੰਦਗੀ ਇੱਕ ਮਸ਼ੀਨ ਬਣ ਗਈ, ਬੰਦਾ ਇੱਕ ਮਾਸ ਦੀ ਮਸ਼ੀਨ ਬਣ ਕੇ ਰਹਿ ਗਿਆ। ਜੀਵਨ ਉਹਦੇ ਕੋਲ ਵੀ ਹੋਏ ਤੇ ਜੀਵਨ ਉਹਦੇ ਕੋਲ ਵੀ ਹੋਏ ਜਿਹੜਾ ਕਬੀਰ ਸਾਹਿਬ ਵਾਂਗੂ ਪੁਕਾਰ ਕੇ ਕਹਿੰਦਾ ਕਿ ਕਬੀਰ ਪਾਲ ਸਮੂਹਾ ਸਰਵਰ ਭਰਾ, ਪੀ ਨਾ ਸਕੈ ਕੋਈ ਨੀਰ, ਭਾਗ ਵੱਡੇ ਤੈ ਪਾਇਓ, ਤੂੰ ਭਰ ਭਰ ਪੀਓ। ਕਬੀਰ, ਜੀਵਨ ਸਾਰਿਆਂ ਨੂੰ ਇੱਕੋ ਜਿਹਾ ਮਿਲਿਆ, ਪਰ ਜਿਨ੍ਹਾਂ ਨੇ ਇਹਦੀ ਕਮਾਈ ਕੀਤੀ ਏ, ਜਿਹੜੀ ਜਿਹੜੀ ਚੀਜ਼ ਇਸ ਜ਼ਿੰਦਗੀ ਵਿੱਚੋਂ ਖੋਜੀ ਏ, ਉਹ ਪ੍ਰਾਪਤ ਹੋ ਗਈ। ਜਿਨ੍ਹਾਂ ਨੇ ਇੱਥੋਂ ਸਿਰਫ ਪਦਾਰਥ ਖੋਜਿਆ, ਉਹਨਾਂ ਨੂੰ ਗਮ ਝੋਲੀ ਵਿੱਚ ਪਿਆ ਹੈ, ਤੇ ਜਿਨ੍ਹਾਂ ਨੇ ਇਹਦੇ ਵਿੱਚੋਂ ਪਰਮਾਤਮਾ ਦਾ ਨਾਮ ਖੋਜਿਆ, ਉਹਨਾਂ ਨੂੰ ਖੁਸ਼ੀ ਇਸ ਸਰੀਰ ਦੇ ਵਿੱਚੋਂ ਮਿਲੀ। ਮਾਰਗ ਦੋ ਨੇ, ਹੈ ਪਦਾਰਥ ਵੀ। ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਜੀ ਦੀ ਬਾਣੀ ਵਿੱਚੋਂ ਇੱਕ ਉਦਾਹਰਨ ਆਪ ਜੀ ਨਾਲ ਸਾਂਝੀ ਕਰਾਂ। ਸਤਿਗੁਰੂ ਨੇ ਨਖੇੜਾ ਕੀਤਾ ਕਿ ਜਗਤ ਵਿੱਚ ਕਿਵੇਂ ਰਹਿਣਾ, ਤਰੀਕਾ ਕੀ। ਇਹ ਨਹੀਂ ਕਿ ਇਸ ਚੀਜ਼ ਨੂੰ, ਪਦਾਰਥ ਨੂੰ, ਸਰੀਰ ਨੂੰ, ਧਨ ਨੂੰ ਬਿਲਕੁਲ ਕਹਿ ਦਿੱਤਾ ਵੀ ਇਹਨੂੰ ਜ਼ਿੰਦਗੀ ਵਿੱਚ ਇਹਦੀ ਜ਼ਰੂਰਤ ਨਹੀਂ, ਪਰ ਸੱਚਾਈ ਇਹ ਦੱਸੀ। ਸਤਿਗੁਰੂ ਨੇ ਕਿਹਾ ਇਹ ਤਾਂ ਇੱਕ ਤੇਰੀ ਗੁਜਰਾਨ ਹੈ, ਸਮਾਂ ਲੰਘਾਉਣ ਵਾਸਤੇ, ਕਮਾਈ ਕਰਨ ਵਾਸਤੇ ਮਿਲਿਆ ਸਰੀਰ, ਪਰ ਤੂੰ ਇਸ ਬਾਹਰਲੇ ਹਿੱਸੇ ਨਾਲ ਜੁੜ ਕੇ ਉਸ ਅੰਦਰਲੀ ਸੱਤਿਆ ਨੂੰ, ਉਸ ਅੰਦਰਲੀ ਚੇਤਨਤਾ ਨੂੰ, ਅੰਦਰਲੀ ਜੋਤ ਨੂੰ ਭੁੱਲ ਕੇ ਜੀਵਨ ਦਾ ਜਿਹੜਾ ਮਾਰਗ ਸੀ ਉਹਦੇ ਤੋਂ ਪਾਸੇ ਚਲਾ ਗਿਆ। ਸਤਿਗੁਰੂ ਨੇ ਬਚਨ ਕੀਤੇ, ਕਿਉਂਕਿ ਉਹਨਾਂ ਦੀ ਸਾਰੀ ਬਾਣੀ ਵਿਰਾਗਮਈ ਹੈ। ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਆਪਣਾ ਜੀਵਨ ਵਿਰਾਗ ਨਾਲ ਭਰਿਆ ਪਿਆ। ਉਹਨਾਂ ਦੀ ਸਾਰੀ ਜ਼ਿੰਦਗੀ ਜਦੋਂ ਇਤਿਹਾਸ ਵੀ ਫੋਲ ਕੇ ਵੇਖਦੇ ਹਾਂ ਤੇ ਬਚਪਨ ਤੋਂ ਲੈ ਕੇ ਘੱਟ ਬੋਲਣਾ, ਘੱਟ ਖਾਣਾ ਤੇ ਘੱਟ ਵਿਚਰਨਾ, ਤਿੰਨ ਉਹਨਾਂ ਦੀ ਜ਼ਿੰਦਗੀ ਵਿੱਚ ਗੁਣ। ਆਪਣੀ ਜ਼ਿੰਦਗੀ ਦੇ ਵਿੱਚ ਗੰਭੀਰ ਰਹਿੰਦੇ ਨੇ, ਅੰਤਰਮੁਖੀ ਰਹਿੰਦੇ ਨੇ। ਤੇ ਮੈਂ ਪਿੱਛੇ ਵੀ 2-3 ਦਿਨ ਤੋਂ, ਕਿਉਂਕਿ ਗੁਰਪੁਰਬ ਚੱਲਦੇ ਨੇ, ਬੇਨਤੀ ਕਰ ਰਿਹਾ ਵੀ ਬਾਹਰਲੇ ਬੰਦੇ ਨੂੰ ਲੱਗਦਾ ਹੈ ਉਦਾਸ ਰਹਿੰਦੇ ਨੇ, ਪਰ ਉਹ ਅੰਤਰਮੁਖੀ ਨੇ, ਆਪਣੇ ਅੰਦਰ ਜੁੜੇ ਨੇ। ਤੇ ਕਈ ਵਾਰੀ ਉਹਨਾਂ ਦੇ ਮਾਤਾ ਜੀ ਨੇ ਕਿਹਾ ਵੀ, ਫਿਕਰ ਵੀ ਕੀਤਾ
कि तेग बहादुर पहला उन्हों का नाम ही त्यागमल से। त्यागमल पता नहीं की गल है, विचरता नहीं, पर उन्होंने की पता सी भी त्यागमल जी गुरु तेग बहादुर साहब किसी अंदरले पासे काम करते पे। सानू तां ही उन्होंने लोगों की समझ नहीं ना आई। असी काम उन्होंने ही मान लिया जिहड़ा काम सिर्फ दिसदा है अखां दे नाल, हथ हिलदे ने, अखां वेखदियां ने, बाहरों वेहने आ। असी धन उन्होंने ही मनने आ जिहड़ा धन सामने दिसन विच आवे, जिहड़ा धन फड़ के जेब विच पा लईए ते जिहड़ा बैंक विच अकाउंट विच चला जाए असी उन्होंने कहने धन ने, बाकी दा सानू धन दिसदा नहीं। पर सतगुरु ने कहा ये भी धन है, पर एक धन मनुख दा अंदर है, वो दूजे बंदे नूं नज़र नहीं आता। वो खजाना अंदर है। वो जिहड़ी जिंदगी दे विच जो कुछ कमाना बस दोवां दा फर्क इको है, बाहरला अपना नहीं ते अंदरला अपना है। ते बंदे दी जिंदगी दी सब तो वड्डी अज्ञानता यह है कि उन्हें अपनी चीज़ नूं बगाना समझ लिया ते जिहड़ी बगानी सी उन्होंने अपना समझ लिया। आ तुसीं ज्ञान ते अज्ञान के संबंध में बहुत कुछ सुनते हो। तो शुरू तो जगत दे विच कहा जाता है भी ज्ञान हासिल करो, अज्ञान तो बचो। ज्ञान के नां के उत्ते सैकड़ियां दियां गिनतियां विच पोथियां किताबां लिखियां गईयां। ज्ञान के नां के उत्ते बड़े बड़े विद्वान फिलासफर पैदा होए ने तो उन्होंने घंटियां बधी लैक्चर दिते ने ते लोकां नूं दस्सिया भी आ ज्ञान है। पर ज्ञान के अर्थ गुरु तो बिना किसी नूं पता ही नहीं लगे। ज्ञान की परिभाषा असी अपने अनुसार कर दी। ज्ञान है की सी? ज्ञान वो चीज़ है जिहड़ी मन नूं बन्ह दे। ध्यान देना, जिहड़ा मन का फैलाव करे वो ज्ञान नहीं हुंदा। ये तुसी अपने चंगी तरह तसल्ली कर लेना, नहीं तो सारी जिंदगी इस तरह के ज्ञान आपां पढ़ते सुनते रहांगे तो उन्होंने साडा सवारना ही कुछ नहीं है। ज्ञान वो है जिहड़ा मन नूं छोटा करता है, मन नूं इकागर करता है ते रस विच लैके जाता है। ज्ञान वो नहीं जिहड़ा मन के टुकड़े कर देता है, उन्होंने ज्ञान नहीं कहते। सतगुरु की बाणी पढ़ के वेखो ज्ञान की ते अज्ञान की। मैं दो चीज़ां गुरु तेग बहादुर साहब जी की बाणी विचों छोटे जे ये विषय ने दो, ताकि कुछ ना कुछ चीज़ां ते दोहराइयां जांदियां ने। तुसीं कई बारी सुनिया सारा कुछ, पर मैं चाहुंदा कोई चीज़ इस तरह की हत्थ विच आ जाए भी कुछ ना कुछ पता तो लगे आपां कर की रहे। ज्ञान है की सी ते असीं इहदे अर्थ की कीते ते गुरु तेग बहादुर साहब जी ने बंदे दा अज्ञान की दस्सिया। आम तौर पर संसार विच असीं पढ़े हुए लोग के कहांगे भी छोटे छोटे ट्रैक्ट बना के वंडांगे, किताबां वंडांगे, अर्थ सिखो। एक हिस्से विच वो चंगा सी। जे बंदा उस ज्ञान नूं अपने मन नूं समझाउण वास्ते पढ़दा, फिर तो गुरु ग्रंथ साहिब सच्चे पातशाह जी की बाणी कहती है भी विद्या विचारी तां पर उपकारी। जे ते तू विद्या लैके दूजे का भला करना है फिर तो तेरी विद्या प्रवान, ते जे तू विद्या लैके दूजे दे मन दे विच बेविश्वासी पैदा करनी है फिर ये विद्या नुकसान कर दे। विद्या अग्नि वर्गी है, जे तां संभाल के वरतो, थां ते बालो। ख्याल रखो, विद्या है एक अग्न, ज्ञान अखरी एक अग वर्गा है। जे तां कंट्रोल विच रहेगा, गुरु दे हुक्म विच रहेगा। जिवें अग जे तां कंट्रोल विच रहिंदी है, सिर्फ चुल्हे ते बलदी है, फिर सुखदाई है। ते जे ओही अग किते हवा आवे, हनेरी आ जाए, उड़ के उस घर नूं लग जाए तो जिहड़ी प्रशादा तैयार करती सी उही घर साड़ के रख दे। ज्ञान भी दो तरह का। ज्ञान जे ते रहा गुरु के हुक्म के थले फिर तो वह लाभकारी है, तो जे तवे के सिरियां तो थोड़ा जिहा उत्ते आया तो उन्हें प्रशादा साड़ के रख देना। तुसीं वेख्या होवेगा ना प्रशादा पकाउंदे अग पूरे ढंग नाल बलनी पैंदी भी किन्नी कु अग छड्डी जाए। जे किसी नूं समझ नहीं, थोड़ी जी अग उन्हें वधा दी, तवे के सिरियां तो लाट बाहर निकली तो जिहड़ा उन्हें आनंदमई प्रशादा तैयार करना सी वो साड़ के सुआह कर देता। याद रखना ज्ञान अग्नि है
ਜੇ ਤਾਂ ਰਹੀ ਸ਼ਰਧਾ ਦੇ ਤਵੇ ਦੇ ਥੱਲੇ ਥੱਲੇ, ਪ੍ਰਸ਼ਾਦਾ ਬਹੁਤ ਵਧੀਆ ਤਿਆਰ ਹੋਵੇਗਾ, ਫੁੱਲੇਗਾ ਪ੍ਰਸ਼ਾਦਾ ਧਰਮ ਦਾ, ਭੋਜਨ ਤਿਆਰ ਹੋਵੇਗਾ। ਤੇ ਜੇ ਸ਼ਰਧਾ ਦੇ ਤਵੇ ਦੇ ਸਿਰਿਆਂ ਤੋਂ ਉੱਤੇ ਨਿਕਲ ਗਈ ਤੇ ਇਹਨੇ ਸਾਰਾ ਕੁਝ ਸਾੜ ਕੇ ਸੁਆਹ ਕਰਨਾ। ਸੜੇ ਹੋਏ ਸਤਿਗੁਰੂ ਕਹਿੰਦੇ ਨੇ, ਲਿਖ ਲਿਖ ਪੜ੍ਹਿਆ ਤੇ ਤਾਂ ਕੜਿਆ, ਬਹੁ ਤੀਰਥ ਭਵਿਆ ਤੇ ਤੋਂ ਲਵਿਆ, ਬਹੁ ਭੇਖ ਕੀਆ ਦੇਹੀ ਦੁਖ ਦੀਆ, ਸੋ ਵੇਦੀਆ ਆਪਣਾ ਕੀਆ। ਇਹ ਸੀ ਗਿਆਨ। ਤੇ ਗਿਆਨ ਸਤਿਗੁਰੂ ਨੇ ਕਿਹਾ ਤੂੰ ਲੈ, ਲੋੜ ਲਈ, ਜ਼ਰੂਰਤ ਲਈ। ਉਹਨਾਂ ਕੋ ਜਿਹੜੀ ਚੀਜ਼ ਤੇਰੇ ਮਨ ਨੂੰ ਤੇਰੇ ਗੁਰੂ ਦੇ ਉੱਤੇ ਸ਼ੱਕ ਪੈਦਾ ਕਰਦੀ ਏ, ਭਰੋਸਾ ਪੈਦਾ ਕਰਦੀ ਏ, ਉਹਨੂੰ ਅੱਧ ਵਿੱਚੋਂ ਲਾਹ ਕੇ ਰੱਖ ਦੇ। ਗੁਰੂ ਦਾ ਹੁਕਮ। ਤਾਂ ਹੀ ਭਾਈ ਗੁਰਦਾਸ ਜੀ ਕਹਿੰਦੇ ਨਾ ਬਈ ਗੁਰਸਿੱਖ ਜੇ ਤੇ ਉਹਦੇ ਗੁਰੂ ਦੀ ਪਿਆਰ ਗੱਲ ਹੁੰਦੀ ਏ ਤੇ ਕੰਨ ਖੋਲ੍ਹੀ ਰੱਖਦਾ, ਤੇ ਜੇ ਗੁਰੂ ਤੋਂ ਬਾਹਰ ਗੱਲ ਜਾਂਦੀ ਤੇ ਬੋਲਾ ਹੋ ਜਾਂਦਾ। ਬਿਨ ਗੁਰ ਸ਼ਬਦ ਨਾ ਸੁਣੇ ਹੀ ਬੋਲਾ, ਭਾਵੇਂ ਦੇ ਅਰਥ ਬੋਲਾ ਵੀ ਕੀਤੇ ਨੇ ਪਰ ਅਰਥ ਉਹ ਹੀ ਬਣਦੇ ਨੇ। ਜੇ ਤਾਂ ਗੁਰੂ ਨਾਲ ਪਿਆਰ ਵੱਧਦਾ ਹੈ ਤੇ ਕੰਨ ਖੋਲ ਕੇ ਰੱਖਦਾ ਸਿੱਖ, ਨਹੀਂ ਤੇ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੂੰ ਪੁੱਛੋ, ਉਹਨਾਂ ਨੇ ਸਾਨੂੰ ਜਾਚ ਦੱਸੀ ਹੈ ਸੁਣਨਾ ਕੀ ਹੈ, ਅਸੀਂ ਭੁੱਲ ਗਏ ਹਾਂ। ਅਸੀਂ ਸੁਣਨੇ ਉਹ ਆ ਜਿਹੜੀ ਚੀਜ਼ਾਂ ਨਾਲ ਸਾਨੂੰ ਸਵਾਦ ਆਉਂਦਾ, ਸਾਡਾ ਮਨ ਨੂੰ ਰਸ ਆਉਂਦਾ। ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਕੋਲ ਇੱਕ ਕਲਾਕਾਰ ਆਇਆ, ਗਾਉਣ ਵਾਲਾ, ਸੰਗੀਤਕਾਰ ਸੀ, ਗਾਉਂਦਾ ਸੀ। ਸੰਸਾਰ ਦੀਆਂ ਜਲਸਿਆਂ ਦੇ ਵਿੱਚ, ਸਭਾਵਾਂ ਦੇ ਵਿੱਚ ਨਾਲ 5-4 ਆਦਮੀ ਸਨ। ਉਹਦੇ ਕੱਪੜਿਆਂ ਤੋਂ ਇੰਝ ਲੱਗਦਾ ਸੀ ਵੀ ਕੋਈ ਚੰਗਾ ਮੰਨਿਆ ਪਰਮੰਨਿਆ ਆਦਮੀ ਹੈ, ਗਾਉਣ ਵਾਲਾ, ਪੱਗ ਵੀ ਵੱਖਰੀ ਬੱਝੀ ਸੀ। ਆ ਕੇ ਬੈਠਾ, ਨਮਸਕਾਰ ਕੀਤੀ ਤੇ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਬੈਠੇ ਸੀ ਤਖਤ, ਕੁਝ ਸਿੱਖ ਬੈਠੇ ਨੇ। ਇੱਕ ਸਿੱਖ ਨਾਲ ਲੈ ਕੇ ਆਇਆ ਸੀ ਉਹਨੂੰ ਬਾਹਰੋਂ, ਤੇ ਹਜ਼ੂਰ ਕਹਿੰਦੇ ਵੀ ਇਹ ਕੌਣ ਹੈ? ਕਹਿੰਦੇ ਮਹਾਰਾਜ ਇਹ ਕਲਾਕਾਰ ਹੈ। ਕਹਿੰਦੇ ਕਿਵੇਂ ਦਾ ਕਲਾਕਾਰ? ਆ ਜਿਵੇਂ ਦੇ ਹੁਣ ਕਲਾਕਾਰ ਨੇ ਨਾ, ਇਸ ਤਰ੍ਹਾਂ ਦਾ ਸੀ। ਅੱਜ ਇਹਨਾਂ ਨੂੰ ਲੱਖਾਂ ਰੁਪਈਏ ਦੇ ਕੇ ਆਪਾਂ ਸੱਦਨੇ ਆ, ਨਾਲੇ ਉਹ ਪੈਸੇ ਲੈਂਦੇ, ਨਾਲੇ ਬੇਇੱਜ਼ਤੀ ਕਰਕੇ ਜਾਂਦੇ ਨੇ ਗਾ ਕੇ ਸਾਰੇ ਪਰਿਵਾਰ ਦੀ। ਇਸ ਤਰ੍ਹਾਂ ਦਾ ਸੀ, ਇਸ ਤਰ੍ਹਾਂ ਦਾ ਕਲਾਕਾਰ ਸੀ। ਹਜ਼ੂਰ ਕਹਿੰਦੇ ਅੱਛਾ, ਕਲਾ ਤੇ ਬੜੀ ਚੰਗੀ ਚੀਜ਼ ਹੈ, ਸੁਣਾਓ ਤੁਹਾਨੂੰ ਕੀ ਆਉਂਦਾ ਹੈ? ਤੇ ਉਹਨੂੰ ਜੋ ਕੁਝ ਆਉਂਦਾ ਸੀ ਉਹਨੇ ਉਹੀ ਗਾਉਣਾ ਸੀ। ਉਹਨੇ ਇੱਕ ਗੀਤ ਗਾਉਣਾ ਸ਼ੁਰੂ ਕਰ ਦਿੱਤਾ, ਕੋਈ ਅਸ਼ਲੀਲ ਸੀ। ਤੇ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਤੇ ਸੋਚਿਆ ਸੀ ਵੀ ਕੋਈ ਜਾਂ ਕੋਈ ਲੋਕ ਗੀਤ, ਕੋਈ ਸਮਾਜ ਦੀ ਗੱਲ ਹੋਵੇਗੀ ਚੰਗਿਆਈ ਦੀ, ਤੇ ਜਾਂ ਰੱਬ ਦੀ ਗੱਲ ਗਾਏਗਾ। ਵੀ ਇਹ ਕੀ ਗਾਉਣ ਲੱਗ ਪਿਆ? ਅਸ਼ਲੀਲਤਾ ਗਾਉਣ ਲੱਗ ਪਿਆ। ਤੇ ਗੁਰੂ ਅਰਜਨ ਦੇਵ ਜੀ ਨੇ ਇੱਕ ਤਰੀਕਾ ਵਰਤਿਆ, ਸਾਡੇ ਵਾਂਗੂ ਉਹਦੇ ਹੱਥ ਨਹੀਂ ਪੜੇ ਨਾ ਉਹਦੇ ਗਲ ਪਏ। ਇੱਕ ਤਰੀਕਾ ਵਰਤਿਆ ਜਿਹੜਾ ਇੰਨਾ ਵੱਡਾ ਪ੍ਰੋਟੈਸਟ ਹੈ, ਜਿਹੜਾ ਬੰਦੇ ਨੂੰ ਮਾਰ ਦਿੰਦਾ ਬੋਲਣ ਵਾਲੇ, ਬਹੁਤ ਵੱਡਾ। ਉਹ ਤਰੀਕਾ ਦੱਸਿਆ ਸੀ, ਸਾਨੂੰ ਭੁੱਲ ਗਿਆ। ਜਦੋਂ ਗਾਉਣ ਲੱਗਾ ਨਾ, ਤੇ ਹੁਣ ਬੰਦਾ ਸੀ ਹਜ਼ਾਰਾਂ ਬੰਦਿਆਂ ਵਿੱਚ ਗਾਉਣ ਵਾਲਾ ਆਦਮੀ, ਤੇ ਲੋਕ ਸੁਣਦੇ ਸਨ, ਨਾਲ ਨੱਚਦੇ ਗਾਉਂਦੇ। ਅੰਧੀ ਰਈਅਤ ਗਿਆਨ ਵੀ ਹੋਣੀ, ਭਾਏ ਪਰੇ ਮੁਰਦਾਰ। ਤੇ ਜਦੋਂ ਉਹਨੇ ਸੁਣਾਇਆ ਤੇ ਗੁਰੂ ਅਰਜਨ ਦੇਵ ਜੀ ਨੇ ਕੁਝ ਨਹੀਂ ਕਿਹਾ, ਦੋਵੇਂ ਹੱਥ ਉੱਤੇ ਕਰਕੇ ਕੰਨਾਂ ਵਿੱਚ ਦੇ ਲਿਆ, ਕੰਨ ਬੰਦ ਕਰ ਲਏ। ਇਹ ਬੋਲਣ ਵਾਲੇ ਬੰਦੇ ਦੀ ਸਭ ਤੋਂ ਵੱਡੀ ਹੇਠੀ ਹੈ ਵੀ ਸੁਣਨ ਵਾਲਾ ਕੰਨਾਂ ਵਿੱਚ ਉਂਗਲਾਂ ਪਾ ਲੈ। ਇਹਦੇ ਨਾਲੋਂ ਤੇ ਉਹਨੂੰ ਕੋਈ ਨਾ ਕੋਈ ਚੀਜ਼ ਮਾਰ ਦੇ, ਉਹ ਸਹਿ ਜਾਂਦਾ, ਪਰ ਇਹ ਬੇਇੱਜ਼ਤੀ ਸਹਿਣੀ ਬਹੁਤ ਔਖੀ। ਜਦੋਂ ਕੰਨਾਂ ਵਿੱਚ ਉਂਗਲਾਂ ਪਾਈਆਂ ਨਾ, ਉਹਦਾ ਗਾਉਣਾ ਵਿੱਚ ਹੀ ਬੰਦ ਹੋ ਗਿਆ। ਅੱਖਾਂ ਵਿੱਚੋਂ ਪਾਣੀ ਆਉਣ ਲੱਗ ਪਿਆ, ਡਿੱਗਣ ਲੱਗ ਪਿਆ। ਤੇ ਮਹਾਰਾਜ ਨੇ ਉੱਥੇ ਇੱਕ ਸ਼ਬਦ ਗਾਇਆ, ਅੱਜ ਵੀ ਗੁਰੂ ਗ੍ਰੰਥ ਸਾਹਿਬ ਵਿੱਚ ਮੌਜੂਦ ਹੈ, ਲੰਬਾ ਸ਼ਬਦ ਹੈ। ਹਜ਼ੂਰ ਨੇ ਕਿਹਾ, ਮੇਰੇ ਮੋਹਨ ਇਹ ਨਾ ਸਰਵਣੀ ਸੁਣਾਏ, ਮੈਂ ਕੰਨਾਂ ਨਾਲ ਨਹੀਂ ਸੁਣਨਾ। ਜਦੋਂ ਇੰਨੀ ਬੇਇੱਜ਼ਤੀ ਹੋਈ, ਰੋਣ ਲੱਗ ਪਿਆ। ਤੇ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਉੱਠ ਕੇ ਬਾਹਰ ਚਲੇ ਗਏ। ਬੜਾ ਪਹਿਲੀ ਵਾਰੀ ਚੋਟ ਲੱਗੀ, ਕਿਉਂਕਿ ਜਿਹੜੇ ਬੰਦੇ ਨੂੰ ਸਨਮਾਨ ਬਹੁਤਾ ਮਿਲਦਾ ਹੈ ਨਾ, ਜੇ ਥੋੜ੍ਹਾ ਜਿਹਾ ਅਪਮਾਨ ਮਿਲ ਜਾਏ, ਆਮ ਬੰਦੇ ਦਾ ਅਪਮਾਨ ਹੋ ਜਾਏ ਤੇ ਵਿਚਾਰਾ ਰੋਜ਼ ਸਹਿੰਦਾ, ਉਹਨੂੰ ਕੁਝ ਨਹੀਂ ਹੁੰਦਾ। ਪਰ ਜਿਹੜਾ ਸਿਖਰ ਤੇ ਚੜਿਆ ਬੰਦਾ, ਉਹਦਾ ਥੋੜ੍ਹਾ ਜਿਹਾ ਅਪਮਾਨ ਵੀ ਬਹੁਤ ਵੱਡਾ ਅਪਮਾਨ। ਬਹੁਤ ਅਪਮਾਨ ਹੋਇਆ, ਰੋਂਦਾ ਹੈ। ਬਾਹਰ ਜਾ ਰਿਹਾ ਸੀ ਤੇ ਬਾਹਰੋਂ ਮਿਲੇ ਭਾਈ ਗੁਰਦਾਸ। ਉਹਨਾਂ ਵੇਖਿਆ ਇੱਕ ਬੰਦਾ ਗੁਰੂ ਦਰਬਾਰ ਵਿੱਚੋਂ ਰੋਂਦਾ ਆ ਰਿਹਾ। ਪੁੱਛ ਲਿਆ, ਕੌਣ ਹੈ, ਕਿੱਥੋਂ ਆਇਆ? ਕਹਿਣ ਲੱਗਾ, ਜੀ ਮੈਂ ਤੇ ਸਤਿਗੁਰੂ ਦੇ ਸੁਣਿਆ ਸੀ ਵੀ ਇਹ
ਇਹ ਕਦਰਦਾਨ ਨੇ ਕਲਾ ਦੇ। ਮੈਂ ਗਾਉਣ ਵਾਲਾ ਸੀ, ਮੈਂ ਤੇ ਭਾਈ ਗੁਰਦਾਸ ਜੀ ਕਹਿੰਦੇ ਤੂੰ ਕੀ ਗਾਇਆ? ਕਹਿੰਦੇ ਮੈਂ ਤੇ ਸਾਕਤ ਗੀਤ ਗਾਏ ਨੇ, ਸਾਕਤ ਗੀਤ। ਤੇ ਗੁਰੂ ਸਾਹਿਬ ਨੇ ਕੰਨਾਂ ਵਿੱਚ ਉਂਗਲਾਂ ਦੇ ਲਈਆਂ ਨੇ ਤੇ ਭਾਈ ਸਾਹਿਬ ਕਹਿੰਦੇ ਵੀ ਤੂੰ ਗਲਤ ਗਾਇਆ। ਗੁਰੂ ਸਾਹਿਬ ਤੇ ਕੀਰਤਨ ਦੇ ਮੁਰੀਦ ਨੇ, ਤੂੰ ਬਾਣੀ ਗਾ ਕੇ ਸੁਣਾ, ਤੇਰਾ ਸਤਿਕਾਰ ਕਰਨਗੇ। ਕਹਿੰਦਾ ਬਾਣੀ ਤੇ ਮੈਨੂੰ ਆਉਂਦੀ ਨਹੀਂ। ਕਹਿੰਦੇ ਬਹਿ ਜਾ, 2 ਮਿੰਟਾਂ ਦਾ ਕੰਮ ਹੈ। ਕਲਾਕਾਰ ਬੰਦਾ ਸੀ ਤੇ ਭਾਈ ਗੁਰਦਾਸ ਜੀ ਨੇ ਇੱਕ ਸ਼ਲੋਕ ਯਾਦ ਕਰਾ ਦਿੱਤਾ ਉਸੇ ਵੇਲੇ ਸੁਖਮਣੀ ਸਾਹਿਬ ਦਾ ਕਿ ਫਿਰਤ ਫਿਰਤ ਪ੍ਰਭ ਆਇਆ, ਪਰਿਆ ਤੋ ਸਰਨਾਏ, ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ। ਕਲਾਕਾਰ ਆਦਮੀ ਸੀ, ਯਾਦ ਹੋ ਗਿਆ। ਕਹਿੰਦੇ ਜਾ ਹੁਣ ਜਿੱਥੇ ਗੁਰੂ ਅਰਜਨ ਦੇਵ ਜੀ ਨੇ ਉਹਨਾਂ ਨੂੰ ਬੇਨਤੀ ਕਰ ਵੀ ਮੈਂ ਬਾਣੀ ਸੁਣਾਉਣੀ, ਉੱਥੇ ਲੈ ਕੇ ਗਏ ਤੇ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਬਾਹਰ ਖੜੇ ਸਨ। ਕਹਿੰਦੇ ਮਹਾਰਾਜ ਕਿਤੇ ਬਵੋ ਤਖਤ ਤੇ, ਮੈਂ ਸ਼ਬਦ ਯਾਦ ਕਰਕੇ ਆਇਆ, ਆਓ ਤੁਸੀਂ ਤਖਤ ਤੇ ਬਵੋ ਤੇ ਮੈਂ ਤੁਹਾਨੂੰ ਕੀਰਤਨ ਸੁਣਾਉਣਾ, ਬਾਣੀ ਸੁਣਾਉਣਾ। ਤੇ ਗੁਰੂ ਅਰਜਨ ਦੇਵ ਸਾਹਿਬ ਪਾਤਸ਼ਾਹ ਉੱਥੇ ਹੀ ਜ਼ਮੀਨ ਤੇ ਬਹਿ ਗਏ। ਕਹਿਣ ਲੱਗੇ ਜਿੱਥੇ ਬਾਣੀ ਗਾਏਗਾ ਉੱਥੇ ਤਖਤ ਦੀ ਲੋੜ ਨਹੀਂ ਪੈਂਦੀ, ਭਾਵੇਂ ਜ਼ਮੀਨ ਤੇ ਬਹਿ ਜੀ ਉਹ ਵੀ ਤਖਤ ਬਣ ਜਾਂਦਾ। ਸੁਣਾ ਤੂੰ ਬਾਣੀ, ਇੱਥੇ ਸੁਣਾ ਦੇ। ਚੌਂਕੜਾ ਮਾਰ ਕੇ ਬਹਿ ਗਏ। ਉੱਥੇ ਉਹਨੇ ਇੱਕੋ ਹੀ ਸ਼ਲੋਕ ਸੁਣਾਇਆ ਤੇ ਗੁਰੂ ਸਾਹਿਬ ਧਿਆਨ ਵਿੱਚ ਮਗਨ ਹੋ ਗਏ। ਖੁਸ਼ੀਆਂ ਦਿੱਤੀਆਂ, ਉਹਨੂੰ ਇਨਾਮ ਦਿੱਤਾ ਤੇ ਨਾਲ ਸਮਝਾਇਆ ਕਲਾ ਦਿੱਤੀ ਹੈ, ਕਲਾ ਸ਼ਕਤੀ ਹੈ। ਕਲਾ ਤੈਨੂੰ ਰੱਬ ਨੇ ਵਰਦਾਨ ਵਿੱਚ ਦਿੱਤੀ ਏ, ਪਰ ਤੇਰਾ ਮਨ ਉਸ ਕਲਾ ਨੂੰ ਗਲਤ ਪਾਸੇ ਵੱਲ ਵਰਤਦਾ ਹੈ। ਰੱਬ ਨੇ ਜੋ ਵੀ ਕਿਸੇ ਨੂੰ ਦਿੱਤਾ ਜੇ ਉਹਨੂੰ ਸਿੱਧੇ ਰਾਹ ਤੇ ਵਰਤ ਲੈ ਤੇ ਉਹਨੂੰ ਕਹਿੰਦੇ ਨੇ ਕਲਾਵਾਨ। ਗਿਆਨ ਕੀ ਹੈ? ਮੈਂ ਹੁਣ ਇਸ ਵਿਸ਼ੇ ਤੇ ਥੋੜ੍ਹੀ ਜਿਹੀ ਬੇਨਤੀ ਕਰਾਂ। ਗਿਆਨ ਕਿਹਨੂੰ ਕਹਿੰਦੇ? ਅਸੀਂ ਗਿਆਨ ਸਮਝਿਆ ਵੀ ਜਿੰਨੀਆਂ ਚੀਜ਼ਾਂ ਅਸੀਂ ਯਾਦ ਕਰ ਲਈਏ ਓਨਾ ਵੱਡਾ ਸਾਡਾ ਗਿਆਨ, ਤੇ ਜਿੰਨਿਆਂ ਲੋਕਾਂ ਨੂੰ ਯਾਦ ਕਰਾ ਲਈਏ ਓਨਾ ਵੱਡਾ ਅਸੀਂ ਸਮਾਜ ਵਿੱਚ ਗਿਆਨ ਫੈਲਾ ਦਿੱਤਾ। ਮੇਰੀ ਸਮਝ ਵਿੱਚ ਗੱਲ ਨਹੀਂ ਆਉਂਦੀ। ਮੈਂ ਇਹ ਨਹੀਂ ਕਹਿ ਰਿਹਾ ਬਾਣੀ ਨਹੀਂ ਪੜ੍ਹਨੀ, ਮੈਂ ਕਹਿੰਦਾ ਉਹ ਪੜ੍ਹੀਏ ਜਿਹੜੀ ਲਾਭਦਾਇਕ ਚੀਜ਼, ਜਿਹੜੀ ਟਿਕਾਉਂਦੀ ਸਾਨੂੰ, ਤੇ ਉਹ ਵੀ ਲੋੜ ਵਾਸਤੇ ਪੜ੍ਹੀਏ। ਉਹ ਨਾ ਹੋਵੇ ਵੀ 4 ਅੱਖਰ ਪੜ੍ਹ ਲਈਏ ਤੇ ਲੋਕਾਂ ਨੂੰ ਰਾਹ ਵਿੱਚ ਰੋਕ ਰੋਕ ਕੇ ਦੱਸਣ ਲੱਗ ਪਈਏ। ਆਪਣੇ ਜੋਗਾ ਪੜ੍ਹੀਏ, ਉਹ ਗਿਆਨ ਚੰਗਾ ਹੈ। ਪਰ ਜੇ ਬਿਨਾਂ ਲੋੜ ਤੋਂ ਅਸੀਂ ਗਿਆਨ ਦੀ ਫੋਲਾ ਫਲਾਈ ਕੀਤੀ ਤੇ ਗਿਆਨ ਅਗਨੀ ਏ, ਇੱਕ ਪਾਸੇ ਸੁਖਦਾਈ ਏ ਤੇ ਇੱਕ ਪਾਸੇ ਦੁਖਦਾਈ ਏ। ਇੱਕ ਪਾਸੇ ਪ੍ਰਸ਼ਾਦਾ ਤਿਆਰ ਕਰਦੀ ਅੱਗ ਤੇ ਇੱਕ ਪਾਸੇ ਸਾੜ ਕੇ ਰੱਖ ਦਿੰਦੀ ਏ। ਜਿਨ੍ਹਾਂ ਨੇ ਇਸ ਗਿਆਨ ਦੇ ਨਾਲ ਗਲਤ ਬਿਹੇਵ ਕੀਤਾ ਹੈ, ਗਲਤ ਵਰਤਿਆ, ਤੁਸੀਂ ਅੱਜ ਵੀ ਬੜੇ ਬੰਦੇ ਵੇਖੋਗੇ ਉਹਨਾਂ ਦੇ ਜੀਵਨ ਦੀ ਰੋਟੀ ਸੜ ਗਈ ਜੇ। ਬਿਲਕੁਲ ਆਪ ਵੀ ਸੜੇ ਨੇ ਤੇ ਜਿੱਥੇ ਜਾਂਦੇ ਨੇ ਪਿੱਛੇ ਅੱਗ ਦੇ ਕੋਲ ਹੀ ਪੈਰ ਦਿਸਦੇ। ਅਗਿਆਨ ਕੀ ਹੈ? ਮੈਂ ਹੁਣ ਉਹ ਵਿਸ਼ਾ ਸਾਂਝਾ ਕਰ। ਗੁਰੂ ਤੇਗ ਬਹਾਦਰ ਸਾਹਿਬ ਗਿਆਨ ਦੀ ਵਿਆਖਿਆ ਕਰਦੇ ਨੇ। ਕਹਿੰਦੇ ਉਸ ਬੰਦੇ ਨੂੰ ਗਿਆਨੀ ਜਾਣੋ ਜਿਹਨੂੰ ਇਹ ਸਮਝ ਆ ਜਾਏ ਵੀ ਇਸ ਦੁਨੀਆ ਵਿੱਚ 2 ਚੀਜ਼ਾਂ ਦੀ ਜਿਹਨੂੰ ਪੂਰੀ ਸਮਝ ਆ ਜਾਏ ਵੀ ਇੱਥੇ ਮੇਰਾ ਕੀ ਹੈ ਤੇ ਇੱਥੇ ਮੇਰਾ ਕੀ ਨਹੀਂ। 2 ਗੱਲਾਂ ਦੀ ਜਿਹਨੂੰ ਸਮਝ ਆ ਗਈ, ਅੱਖਰ ਆਉਂਦੇ ਨੇ ਚੰਗੀ ਗੱਲ ਹੈ, ਅੱਖਰ ਨਹੀਂ ਆਉਂਦੇ ਤਾਂ ਵੀ ਉਹ ਗਿਆਨਵਾਨ ਹੈ। ਇਹਨਾਂ 2 ਗੱਲਾਂ ਦੀ ਜਿਹਨੂੰ ਪਤਾ ਲੱਗ ਮੇਰਾ ਇੱਥੇ ਕੀ ਹੈ, ਇਹਦੀ ਸਮਝ ਆ ਜਾਣੀ, ਇੱਥੇ ਮੇਰਾ ਕੀ ਨਹੀਂ, ਇਹ ਸਮਝ 2 ਤਰ੍ਹਾਂ ਦੀ ਆ ਜਾਣੀ, ਉਹਨੂੰ ਕਹਿੰਦੇ ਨੇ ਗਿਆਨਵਾਨ। ਤੇ ਅਗਿਆਨੀ ਕਿਹਨੂੰ ਕਹਿੰਦੇ ਨੇ? ਅਗਿਆਨੀ ਉਹਨੂੰ ਕਹਿੰਦੇ ਨੇ ਜਿਹਨੂੰ ਪਤਾ ਲੱਗ ਗਿਆ ਵੀ ਇੱਥੇ ਮੇਰਾ ਸਿਰਫ ਇੱਕੋ ਰੱਬ ਦਾ ਪਿਆਰ ਤੇ ਉਹਦਾ ਨਾਮ ਦਾ ਖਜ਼ਾਨਾ ਜਿਹੜਾ ਅੰਦਰ ਹੈ ਉਹ ਹੀ ਮੇਰਾ ਹੈ। ਪਰ ਇਸ ਪਤਾ ਹੋਣ ਦੇ ਬਾਵਜੂਦ ਉਹ ਰੱਬ ਦੇ ਨਾਮ ਦੇ ਨਾਲ ਸਨੇਹ ਨਹੀਂ ਕਰਦਾ। ਉਹ ਹੀ ਸਭ ਤੋਂ ਵੱਡਾ ਮੂਰਖ ਤੇ ਅਗਿਆਨੀ। ਮੂਰਖਾ ਸਿਰ ਮੂਰਖ ਹੈ ਜੇ ਮੰਨੈ ਨਾਹੀ ਨਾਉ, ਉਹ ਹੀ ਅਗਿਆਨੀ ਹੈ। ਤੇ ਗਿਆਨਵਾਨ ਉਹ ਹੈ ਜਿਹਨੂੰ ਪਤਾ ਲੱਗ ਗਿਆ ਮੇਰਾ ਇੱਥੇ ਕੀ ਨਹੀਂ ਤੇ ਮੇਰਾ ਇੱਥੇ ਕੀ ਹੈ। ਉਸੇ ਵੇਲੇ ਫੈਸਲਾ ਹੋ ਜਾਂਦਾ ਜ਼ਿੰਦਗੀ ਦਾ, ਜਿਹੜਾ ਇੱਥੇ ਮੇਰਾ ਨਹੀਂ, ਇਹ ਨਹੀਂ ਵੀ ਉਹਨੂੰ ਛੱਡ ਦਿੱਤਾ ਹੈ, ਪਰ ਵਕਤੀ ਤੌਰ ਤੇ ਉਹਦੀ ਵਰਤੋਂ ਕਰਦਾ ਹੈ ਜਿੰਨੀ ਉਹਦੀ ਲੋੜ ਹੈ। ਹੁਣੇ ਕੀਰਤਨ ਵਿੱਚ ਤੁਸੀਂ ਸੁਣ ਰਹੇ ਸੀ, ਭਾਈ ਸਾਹਿਬ ਨੇ ਪੜ੍ਹਿਆ, ਉਹਦੇ ਵਿੱਚ ਸ਼ਬਦ ਆਇਆ ਮਹਿਮਾਨਾ। ਹੁਣ ਇੱਕ ਪ੍ਰਾਹੁਣਾ ਵੇਖੋ ਵਰਤਦਾ ਸਾਰਾ ਕੁਝ,
ਦੂਜਿਆਂ ਨਾਲੋਂ ਵੀ ਵਧੀਆ ਵਰਤਦਾ ਹੈ, ਭੋਜਨ ਦੂਜਿਆਂ ਤੋਂ ਚੰਗਾ ਖਾਂਦਾ। ਜਿਹਦੇ ਵੱਲ ਪ੍ਰਾਹੁਣਾ ਆਵੇ ਉਹਨਾਂ ਤੋਂ ਖਾਂਦਾ ਵੀ ਚੰਗਾ, ਉਹਨਾਂ ਤੋਂ ਪਾਉਂਦਾ ਵੀ ਚੰਗਾ ਹੈ, ਪਰ ਉਹਦੀ ਸਥਿਤੀ ਇਹ ਵੀ ਉਸ ਖਾਣ ਤੇ ਪੀਣ ਬਾਰੇ ਅੰਦਰੋਂ ਜਾਣਦਾ ਰਹਿੰਦਾ ਵੀ ਲਗਾਤਾਰ ਹੀ ਮੇਰਾ ਨਹੀਂ, 2-4 ਦਿਨਾਂ ਵਾਸਤੇ ਹੈ। ਉਹ ਸਭ ਤੋਂ ਵੱਡਾ ਗਿਆਨ ਹੁੰਦਾ। ਤੇ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਨੇ ਕਿਹਾ, ਇਹ ਉਪਦੇਸ਼ 2 ਪੰਕਤੀਆਂ ਵਿੱਚ ਦੇ ਦਿੱਤਾ। ਤੇ ਜੇ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਕੋਲੋਂ ਪੁੱਛਾਂਗੇ ਤੇ ਸਾਨੂੰ ਅਸਲੀ ਗਿਆਨ ਤੇ ਅਗਿਆਨ ਦਾ ਪਤਾ ਲੱਗ ਜਾਏਗਾ, ਜ਼ਿੰਦਗੀ ਦੇ ਸਾਰੇ ਵਿਵਾਦ ਖਤਮ ਹੋ ਜਾਣਗੇ। ਸਾਹਿਬ ਨੇ ਕਿਹਾ, ਸਾਧੋ ਵਾਰ-ਵਾਰ ਕਹਿੰਦੇ, ਤੁਸੀਂ ਉਹਨਾਂ ਦੀ ਬਾਣੀ ਪੜ੍ਹ ਕੇ ਵੇਖੋ, ਸਾਰੇ ਬੰਦਿਆਂ ਨੂੰ ਸਾਧੂ ਕਹਿ ਕੇ ਬੁਲਾਉਣਗੇ। ਅੱਜ ਤੇ ਅਸੀਂ 2 ਅੱਖਰਾਂ ਨਾਲ ਹੀ ਨਫ਼ਰਤ ਕਰਨ ਲੱਗ ਪੈਂਦੇ ਹਾਂ ਤੇ 2 ਅੱਖਰਾਂ ਨਾਲ ਹੀ ਪਿੱਛੇ ਲੱਗ ਜਾਂਦੇ ਹਾਂ, ਸਿਰਫ ਅੱਖਰਾਂ ਪਿੱਛੇ ਲੱਗ ਗਏ। ਉਸ ਗੁਰੂ ਨੇ ਉਹਨਾਂ ਨੂੰ ਵੀ ਕਿਹਾ ਸੀ, ਜਿਹੜੇ ਅਜੇ ਮਾਣ ਵਿੱਚ ਫਸੇ ਹੋਏ ਸਨ, ਉਹਨਾਂ ਨੂੰ ਕਿਹਾ ਸੀ, ਸਾਧੋ ਮਨ ਕਾ ਮਾਣ ਤਿਆਗੋ। ਉਹਨਾਂ ਨੂੰ ਕੋਈ ਪਰਵਾਹ ਨਹੀਂ ਸੀ ਅੱਖਰਾਂ ਦੀ। ਇੱਕ ਹੋਰ ਬਚਨ ਕਿਹਾ ਜਿਹੜਾ ਮੈਂ ਹੁਣੇ ਕਹਿ ਰਿਹਾ, ਸਾਧੋ ਇਹ ਤਨ ਮਿਥਿਆ ਜਾਣੋ। ਇਹ ਗਿਆਨਵਾਨ ਬੰਦੇ ਦੀ ਨਿਸ਼ਾਨੀ। ਸਰੀਰ ਹੈ ਜ਼ਰੂਰ, ਇਹ ਨਹੀਂ ਵੀ ਸਰੀਰ ਨਹੀਂ। ਸਤਿਗੁਰੂ ਨੇ ਕਿਹਾ, ਇਹਦੀ ਪਾਲਣਾ ਕਰ, ਇਹਦੀ ਵਰਤੋਂ ਕਰ, ਇਹਦੇ ਨਾਲ ਕੰਮ ਕਰ, ਸੰਸਾਰ ਨੂੰ ਸੋਹਣਾ ਬਣਾ। ਇਹ ਜਗ ਸੱਚੇ ਕੀ ਹੈ ਕੋਠੜੀ, ਇਹਦੀ ਵਰਤੋਂ ਕਰ। ਪਰ ਜਿਵੇਂ ਤੂੰ ਆਪਣੀ ਗੱਡੀ ਲਈ ਹੈ ਨਾ, ਬੜੀ ਸੋਹਣੀ ਤੇਰੀ ਗੱਡੀ, ਪਰ ਤੂੰ ਇਹ ਕਹਿਣਾ ਵੀ ਇੰਨੇ ਕੁ ਸਾਲ ਕੱਢ ਜਾਏਗੀ, ਇੰਨੇ ਕੁ ਸਾਲ। ਤੈਨੂੰ ਇਹ ਨਹੀਂ ਵੀ ਲਗਾਤਾਰ ਰਹੇਗੀ। ਤੈਨੂੰ ਪਤਾ ਇਹਨੂੰ ਜੰਗਾਲ ਪੈ ਜਾਣਾ, ਤੈਨੂੰ ਪਤਾ ਇਹਦੀ ਏਜ, ਇਹਦੀ ਉਮਰ ਹੈ, ਉਹਦੇ ਤੋਂ ਬਾਅਦ ਇਹਦੀ ਜ਼ਿੰਦਗੀ ਨਹੀਂ ਹੈ। ਤੂੰ ਆਪਣੇ ਜੀਵਨ ਨੂੰ ਜੇ ਤਾਂ ਸਮਝ ਲਏਗਾ ਸਾਧਨ, ਤੇ ਜੀਵਨ ਤੈਨੂੰ ਆਨੰਦ ਦੇਵੇਗਾ। ਪਰ ਜੇ ਤੂੰ ਆਪਣੇ ਜੀਵਨ ਨੂੰ ਸਮਝ ਲਿਆ ਵੀ ਇਹ ਮਿੱਟੀ ਦਾ ਪੁਤਲਾ ਸਦੀਵੀ ਹੈ, ਤੇ ਫਿਰ ਯਾਦ ਰੱਖੀ ਇਹਨੇ ਤੈਨੂੰ ਧੋਖਾ ਦੇਣਾ ਤੇ ਇੱਕ ਦਿਨ ਦੁੱਖ ਦੀ ਖੱਡ ਵਿੱਚ ਡਿੱਗਣਾ, ਕਿਉਂਕਿ ਇਹਨੇ ਸਰੀਰ ਨੇ ਜਵਾਬ ਦੇ ਜਾਣਾ। ਸਾਹਿਬ ਦੇ ਬਚਨ ਪੜ੍ਹੋ, ਸਿਰ ਕੰਪਿਓ ਪੱਗ ਡਗਮਗੇ, ਨੈਣ ਜੋਤ ਤੇ ਹੀਨ, ਕਹੋ ਨਾਨਕ ਇਹ ਵਿਦ ਭਈ, ਤਉ ਨ ਹਰ ਰਸ ਲੀਨ। ਹੁਣ ਤੂੰ ਕਰਦਾ ਨਹੀਂ, ਤੇ ਜਦੋਂ ਇਹਨੇ ਜਵਾਬ ਦੇ ਜਾਣਾ ਸਰੀਰ ਨੇ, ਉਸ ਵੇਲੇ ਰਸ ਇਹਦੇ ਨਾਲ ਆਉਣਾ ਕੋਈ ਨਹੀਂ, ਤੇ ਬੇਰਸ ਹੋ ਕਿਸ ਜਗਤ ਤੋਂ ਜਾਏਗਾ। ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਉਪਦੇਸ਼ ਹੈ, ਇਸ ਜਵਾਨੀ ਨੂੰ ਸੰਭਾਲ, ਇਸ ਸਮੇਂ ਨੂੰ ਇਕੱਠਾ ਕਰ, ਵੇਖ। ਤਾਂ ਮੈਂ ਜਿਹੜੀ ਬੇਨਤੀ ਸਾਂਝੀ ਕਰ ਰਿਹਾ ਸੀ, ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਜੀ ਦਾ ਇਹ ਉਪਦੇਸ਼ ਹੈ ਕਿ ਇਸ ਜਗਤ ਦੇ ਵਿੱਚ ਮਿਥਿਆ ਚੀਜ਼ ਨੂੰ, ਜੋ ਝੂਠੀ ਹੈ, ਉਹਦੀ ਸਿਰਫ ਵਰਤੋਂ ਕਰ ਲੈਣੀ, ਨਾ ਕਿ ਉਹਦੇ ਨਾਲ ਚੰਬੜ ਜਾਣਾ। ਪਰ ਉਹ ਸਾਡੇ ਮਨ ਦੀ ਹਾਲਾਤ ਬਾਣੀ ਦੇ ਵਿੱਚ ਬਿਆਨ ਕਰਦੇ ਹੋਏ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਕਹਿਣ ਲੱਗੇ, ਮਨ ਮਾਇਆ ਮੈਂ ਰਮ ਰਿਓ, ਨਿਕਸਤ ਨਾਹਿਨ ਮੀਤ, ਨਾਨਕ ਮੂਰਤ ਚਿੱਤਰ ਜਿਉ ਛਾੜਤ ਨਾਹਿਨ ਪੀਤ। ਜਿਵੇਂ ਕੰਧ ਦੇ ਵਿੱਚ ਚਿੱਤਰ ਉਕਰਿਆ ਜਾਏ ਜਾਂ ਕੰਧ ਦੇ ਨਾਲ ਇਸ਼ਤਿਹਾਰ ਚਿਪਕਾ ਦਿੱਤਾ ਜਾਏ, ਉਹ ਚੰਬੜ ਜਾਂਦਾ ਹੈ, ਨਾਲੋਂ ਲੈਂਦਾ ਨਹੀਂ। ਕਹਿੰਦੇ ਇਹ ਮਨ ਇਸ ਤਰ੍ਹਾਂ ਸੰਸਾਰ ਦੇ ਵਿੱਚ ਚਿਪਕਿਆ ਹੋਇਆ ਹੈ, ਉਹਦੇ ਤੋਂ ਅਲੱਗਾ ਨਹੀਂ ਹੁੰਦਾ, ਉਹਦੇ ਤੋਂ ਵੱਖਰਾ ਨਹੀਂ ਹੁੰਦਾ। ਇਹ ਇਹਦਾ ਜੀਵਨ ਦਾ ਦੁੱਖ ਹੈ, ਇਹਦੇ ਕਰਕੇ ਜੀਵਨ ਦੁਖੀ ਹੈ। ਜੇ ਇਹਨੂੰ ਇਸ ਜਗਤ ਦੇ ਵਿੱਚ, ਇਸ ਜਗਤ ਤੋਂ ਉੱਚੇ ਰਹਿ ਕੇ ਜਿਉਣ ਦੀ ਜਾਚ ਆ ਜਾਏ, ਤਾਂ ਇਹਦਾ ਜੀਵਨ ਪ੍ਰਵਾਨ ਹੋ ਜਾਏਗਾ। ਤੇ ਭਾਈ ਗੁਰਦਾਸ ਜੀ ਜਿਹੜੀਆਂ ਉਦਾਹਰਨਾਂ ਦੇ ਰਹੇ ਨੇ, ਉਹਦੇ ਵਿੱਚ ਇੱਧਰ ਇਸ਼ਾਰਾ ਕੀਤਾ ਹੈ, ਜਿਵੇਂ ਕੱਪੜੇ ਨੂੰ ਰੰਗ ਚੜ੍ਹਿਆ ਤੇ ਉਸ ਰੰਗ ਚੜ੍ਹਨ ਦੀ ਕਿਰਿਆ ਜਿਹੜੀ ਹੈ ਉਹ ਦੁਖਦਾਈ ਲੱਗਦੀ ਹੈ। ਉਸ ਪਾਣੀ ਦੇ ਵਿੱਚ ਉਹਨੂੰ ਕਾੜਿਆ ਜਾ ਰਿਹਾ ਹੈ। ਮਜੀਠ ਦੇ ਰੰਗ ਦਾ ਉਦਾਹਰਨ ਦਿੱਤਾ। ਤੇ ਹੁਣ ਥੋੜ੍ਹੇ ਜਿੰਨਾ ਸਮਾਂ ਮੈਂ ਆਪ ਜੀ ਨੂੰ, ਕਿਉਂਕਿ ਅੱਜ ਸ਼ਹੀਦੀ ਦੇਣ, ਉਹਨਾਂ ਨੂੰ ਵੀ ਤਪਾਇਆ ਗਿਆ। ਜਿਵੇਂ ਇੱਕ ਕੱਪੜੇ ਨੂੰ ਰੰਗ ਚੜਾਇਆ ਜਾਂਦਾ, ਭਾਈ ਦਿਆਲੇ ਨੂੰ ਦੇਗ ਵਿੱਚ ਉਬਾਲਿਆ ਗਿਆ ਸੀ, ਪਾਣੀ ਦੇ ਵਿੱਚ, ਗਰਮ ਪਾਣੀ ਵਿੱਚ ਰੱਖਿਆ ਗਿਆ। ਤੇ ਉਸ ਵੇਲੇ ਕਾਜੀ ਬਹਾਵ ਵੋਰਾ ਪੁੱਛਦਾ ਹੈ ਵੀ ਦਿਆਲਿਆ, ਸਿੱਖੀ ਦਾ ਕੀ ਸਵਾਦ ਆਇਆ? ਸਰੀਰ ਵੇਖ ਛਾਲੇ ਹੋ ਗਏ, ਉਬਾਲ ਦਿੱਤਾ ਗਿਆ। ਤੇ ਭਾਈ ਦਿਆਲਾ ਕਹਿੰਦਾ ਵੀ ਕੱਪੜੇ ਉਸੇ ਨੂੰ ਰੰਗ ਚੜ੍ਹਦਾ ਜਿਹੜਾ ਪਾਣੀ ਵਿੱਚ ਉਬਲਦਾ ਹੈ। ਜਿਹੜਾ ਗਰਮ ਪਾਣੀ ਤੋਂ ਬਚਣਾ ਚਾਹੁੰਦਾ, ਉਸ ਕੱਪੜੇ ਦਾ ਰੰਗ ਵੀ ਕੱਚਾ ਰਹਿ ਜਾਂਦਾ। ਗੱਲ ਦੋਵਾਂ ਪਾਸੇ ਇੱਕੋ ਹੈ। ਉਹਨੂੰ ਰੰਗ ਚੜ੍ਹਦਾ ਹੈ,
सेक जरूर है, कुर्बानी जरूर है, उबाला जरूर है, पर रंग तां चढ़ेगा जे किसी गर्मी विचों जीवन लंघेगा। इस करके तू इस कुर्बानी नूं दुख ना समझ कि भाई दयाले नूं देग विच पाया ते ये दुख विच चला गया। वैसे तो सियाणियां ने इस गल दे उत्ते बड़ी खोज करके एक सिट्टा कढ़िया। वो कहते ने असल विच जिन्नियां भी कुर्बानियां हुईयां ने, भावें वो भाई मती दास होवे, भावें भाई सती दास होवे, भावें भाई दयाला होवे, ते भावें मक्के वाला काजी रुकनदीन होवे, क्योंकि उन्होंने भी गुरु नानक देव जी की प्रीत करन करके मारिया गया सी, शहीद किया गया सी। काजी रुकनदीन जिहड़ा जदों सतगुरु मक्के गए सी अरब देश, वो हजूर दा दे प्यार विच आ गया, सतगुरां दा मुरीद बन गया। उन्होंने आनंद आया अंदरों, तो जदों उन्होंने ये आनंद की प्राप्ति हुई, फिर उस दशा विच बंदा कुर्बानी करता है। उस दशा वड्डी चीज़ दिसी ना, कहते ने गुरु साहब के अंगूठे नूं मूँह लाया सी चुम्मण वास्ते, तो उत्थे इहदी समाधि लग गई सी मक्के विच। आनंद विच कई दिन बैठा रहा, ये नाल दे आए, उन्होंने बांह फड़ के लाया, तो गुरु साहब कहते बड़े चिर बाद इनू शांत टिका मिलिया, इनू हिलाओ ना। कई दिन बैठा, इन्ना परपक्क हो गया, फिर उस रस विच लीन हो गया कि इन्हें ऐलान कर दिता भी मैं नानक दा मुरीद हाँ। ये ते फतवा जारी किया गया सी भी इनू पत्थर मार मार के मारिया जाए, तो लोगों ने संग मार की, पत्थर मारे। तो जदों वो जिहड़ा उत्थों दा फतवा सी, कानून सी, वो सी भी जिन्हों पत्थर मार के मारते सन, जदों वेंदे सन भी इहदा शरीर हुण अखीर ते आ गया, उदों इहदे बयान जिहड़े ने लिखते सन भी कहना की चाहुंदा भी इहनूं कोई पछतावा होया अपनी गलती ते जदों पत्थर मार मार के बहुत तशद्दद किया गया ना, तो अखीर नूं सरकार दे बंदे आए, होश विच लिआंदा, रुकनदीन नूं कहंदे दस कोई सबक सिखे नानक दा मुरीद बनन विच? कहन लगा हाँ सिखिया, वही सबक मैं तुहानूं सिखाउणा चाहुंदा। कहन लगे किहड़ा सबक? ते रुकनदीन ने कहा सी जिन्ना चिर गुरु नानक तो वखरा रहा वो जिंदगी एवें गई, गवाच गई। तो जदों दा उहदे अंगूठे नाल मूँह लाया उस दिन तो रुकनदीन जिउंदा हो गया। हुण तुसीं उहनूं मार ही नहीं सकते। तो मैं तुहानूं भी कहना चाहुंदा भी आ सारी जिंदगी तुहाडी फजूल गुजर रही है, जे इहनूं सफल करना चाहुंदे हो तो गुरु नानक दे चरनी लग जाओ। मेरा ये सबक है, अखीरला ये बचन किया तो शरीर त्याग दिता। उस वो भी एक शहीद सी साड़ा, क्योंकि भावें किहड़ी कौम दा है, गुरु नानक दे प्यार में शहीद होया। पर जिन्ने भी शहीद होए ने, सियाणियां दा कहना भी गुरु साहब सानू दो चीज़ां दे के गए, दो दान दिते ने गुरु ने सानू, 10 पातशाहियां ने। वो साडे नहीं, वो दान विच मिले ने। वो किहड़े? एक शब्द दा ज्ञान ते एक शहादत दा आनंद। एक शब्द ते एक शहादत दोवें सस्से तो पैंदे, ते दोवें चीज़ां गुरु साहब दे कोल सन। पहला वो शब्द लियाए रब दे घरों, पढ़ो जन्म साखी। जदों अकाल पुरख के दर ते गए, सुल्तानपुर की घटना दसी, बेई नदी दे विच गए, तो उहदे बारे लिखिया भी अकाल पुरख ने कहा मेरा नाम परमेश्वर, नानक तेरा नाम मैं गुरु परमेश्वर किया, मेरे ते तेरे विच कोई फर्क नहीं। नाम अमृत का प्याला भर कर आया, गुरु नानक तस्लीम किया, पार ब्रह्म की आज्ञा हुई नानक, ये मेरे शब्द का प्याला है, आप पियो ते लोकां ताईं पियाओ। ये उपदेश सी पहला गुरु नानक। शब्द लियाए रब दे घरों, ते जदों सच शब्द बोलिया, प्रगट किया, वो सच एक नशा सी, बेपरवाही सी उस बाणी विच, उस ज्ञान विच, गुरु ग्रंथ साहिब जी की बाणी विच, शब्द विच। ते वो सच इन्ना तेज तरार सी कि झूठे लोग उहदे तो घबरा गए। शहादत तां पैदा हुई बाद विच।
ਸ਼ਹੀਦ ਬਾਅਦ ਵਿੱਚ ਹੁੰਦਾ, ਬੰਦਾ ਸਚਿਆਰ ਪਹਿਲਾਂ ਹੋਵੇਗਾ। ਜਿਹੜਾ ਬੰਦਾ ਸਚਿਆਰ ਨਹੀਂ ਉਹ ਕਿੱਥੇ ਸ਼ਹੀਦ ਹੁੰਦਾ ਹੈ? ਉਹਨੇ ਤੇ ਆਪਣੀ ਜ਼ਿੰਦਗੀ ਨੂੰ ਢੋਣਾ ਹੀ ਹੈ ਸਿਰਫ। ਜਦੋਂ ਸੱਚ ਕੀ ਬਾਣੀ ਨਾਨਕ ਆਖੈ, ਜਦੋਂ ਉਹਨਾਂ ਸੱਚ ਕਿਹਾ ਨਾ, ਸ਼ਬਦ ਦਿੱਤਾ ਸਾਨੂੰ ਵੀ ਸੱਚ ਨਾਲ ਜੁੜ ਕੇ ਤਾਂ ਵੇਖੋ, ਤੁਹਾਨੂੰ ਪਤਾ ਲੱਗੇਗਾ ਸੱਚ ਇੱਕ ਸ਼ਰਾਬ ਹੈ। ਬਾਣੀ ਪੜ੍ਹ ਕੇ ਵੇਖੋ, ਜਦੋਂ ਤੁਸੀਂ ਉਹ ਪੀ ਲਈ ਤੇ ਝੂਠੀ ਨਹੀਂ ਪੀਣ ਜਾਓ। ਸ੍ਰੀ ਰਾਗ ਵਿੱਚ ਗੁਰੂ ਨਾਨਕ ਦੇਵ ਜੀ ਨੇ ਕਿਹਾ, ਸੱਚ ਸੁਰਾ ਗੁੜ ਬਾਹਰਾ। ਸੁਰਾ ਦੇ ਅਰਥ ਨੇ ਸ਼ਰਾਬ। ਸੱਚ ਵੀ ਇੱਕ ਸ਼ਰਾਬ ਨਸ਼ੇ ਵਰਗਾ ਹੈ, ਪਰ ਗੁੜ ਬਾਹਰਾ, ਉਹਦੇ ਵਿੱਚ ਗੁੜ ਨਹੀਂ ਪੈਂਦਾ, ਉਹ ਬੇਹੋਸ਼ ਨਹੀਂ ਕਰਦਾ, ਬੰਦੇ ਨੂੰ ਹੋਸ਼ ਵਿੱਚ ਲਿਆਉਂਦਾ, ਮੱਤ ਨਹੀਂ ਮਾਰਦਾ। ਇੱਕ ਸ਼ਬਦ ਦੀ ਦਾਤ ਦਿੱਤੀ ਸਾਨੂੰ ਗੁਰਬਾਣੀ ਦੀ, ਤੇ ਇੱਕ ਦਾਤ ਦਿੱਤੀ ਸ਼ਹਾਦਤ ਦੀ। ਸ਼ਬਦ ਦਾ ਖਜ਼ਾਨਾ ਗੁਰੂ ਗ੍ਰੰਥ ਸਾਹਿਬ ਜੀ ਦੇ ਰੂਪ ਵਿੱਚ ਸਾਡੇ ਸਾਹਮਣੇ ਰੱਖ ਦਿੱਤਾ ਤੇ ਕਿਹਾ ਵੀ ਇਹ ਤੁਹਾਡੇ ਗੁਰੂ ਨੇ। ਜਿਹੜਾ ਸ਼ਬਦ ਆਪ ਕਮਾਇਆ ਸੀ ਉਹਨੂੰ ਬਾਹਰ ਪ੍ਰਗਟ ਕਰ ਦਿੱਤਾ, ਅੰਦਰਲੇ ਤਜਰਬੇ ਨੂੰ, ਤੇ ਕਿਹਾ ਵੀ ਇਹ ਰੱਬ ਹੈ। ਵਾਹੋ ਵਾਹੋ ਬਾਣੀ ਨਿਰੰਕਾਰ ਹੈ, ਇਹਨੂੰ ਜਪ, ਇਹਨੂੰ ਕਮਾ ਜੀਵਨ ਵਿੱਚ। ਇੱਕ ਤੇ ਸ਼ਬਦ ਦੀ ਦਾਤ ਸਾਡੇ ਵਾਸਤੇ ਸੰਗ੍ਰਹਿ ਕਰ ਦਿੱਤੀ, ਜਮ੍ਹਾਂ ਕਰਾ ਦਿੱਤੀ ਵੀ ਗੁਰਸਿੱਖਾ ਇਹ ਇੱਕ ਦਾਤ ਮੈਂ ਤੈਨੂੰ ਦਿੱਤੀ ਏ, ਇੱਥੋਂ ਗੁਰੂ ਕੋਲੋਂ ਮੰਗੀ, ਕਮਾਈ ਕਰੀ ਤੇ ਆਪ ਵੀ ਸ਼ਾਹ ਬਣ ਜਾਈ। ਇੱਕ ਤੇ ਇਹ ਦਾਤ ਸਾਡੇ ਕੋਲ। ਇੱਕ ਦੂਜੀ ਦਾਤ ਜਮ੍ਹਾਂ ਕਰਾਈ ਸਾਡੇ ਵਾਸਤੇ, ਉਹ ਕਿਹੜੀ? ਗੁਰੂ ਅਰਜਨ ਦੇਵ ਪਾਤਸ਼ਾਹ ਨੇ ਤੇ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਨੇ, ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਤੇ 4 ਸਾਹਿਬਜ਼ਾਦਿਆਂ। ਜਦੋਂ ਗੁਰੂ ਸਾਹਿਬ ਨੇ ਵੇਖਿਆ ਨਾ ਵੀ ਹੁਣ ਸਾਡੇ ਸਰੀਰ ਦੀ ਪਰਾਲਬਧ ਖਤਮ ਹੋ ਗਈ ਹੈ, ਧਿਆਨ ਦੇਣਾ, ਤੁਸੀਂ ਉਹਨਾਂ ਦੇ ਇਤਿਹਾਸ ਪੜ੍ਹ ਕੇ ਵੇਖੋ ਵੀ ਸ਼ਹੀਦੀ ਕਦੋਂ ਹੋਈ ਹੈ। ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹੀਦੀ ਕੋਈ ਮਜਬੂਰੀ ਨਹੀਂ ਸੀ। ਆਹ ਪਹਿਲੇ ਅੱਖਰ ਵਚਿੱਤਰ ਨਾਟਕ ਦੇ 10ਮ ਗ੍ਰੰਥ ਵਿੱਚ ਜੋ ਲਿਖੇ ਹੋਏ, ਠੀਕਰ ਫੋਰ ਦਿਲੀਸ ਸਿਰ ਪ੍ਰਭਪੁਰ ਕੀਆ ਪਿਆਨ। ਠੀਕਰ ਦਾ ਅਰਥ ਹੁੰਦਾ ਠੀਕਰਾ, ਫੋਰ ਦਾ ਅਰਥ ਹੈ ਆਪ ਤੋੜਨਾ, ਦਲੀਸ ਸਿਰ, ਦਿੱਲੀ ਦੇ ਬਾਦਸ਼ਾਹ ਦੇ ਸਿਰ ਤੇ, ਔਰੰਗਜ਼ੇਬ ਦੇ ਸਿਰ। ਇਹਦਾ ਮਤਲਬ ਇਸ ਪੰਕਤੀ ਦਾ ਭਾਵ ਹੈ ਵੀ ਇਹ ਜਿਹੜੀ ਸ਼ਹਾਦਤ ਹੋਈ ਹੈ, ਇਹ ਸਰੀਰ ਦਾ ਠੀਕਰਾ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਆਪ ਹੀ ਤੋੜਿਆ ਹੈ ਔਰੰਗਜ਼ੇਬ ਦੇ ਪਾਪਾਂ ਦੇ ਸਿਰ ਤੇ। ਇਹ ਵਚਿੱਤਰ ਨਾਟਕ ਦੀ ਪਹਿਲੀ ਪੰਕਤੀ ਹੈ ਜਿਹਦੇ ਉੱਤੇ ਕਿੰਤੂ ਪਰੰਤੂ ਚੱਲਦਾ। ਹੁਣ ਸਾਨੂੰ ਇਹ ਨਹੀਂ ਸਮਝ ਆਉਂਦੀ ਵੀ ਇੱਕ ਪਾਸੇ ਤਾਂ ਅਸੀਂ ਕਹਿੰਦੇ ਹਾਂ ਬ੍ਰਾਹਮਣਵਾਦ ਹੈ, ਇੱਕ ਪਾਸੇ ਗੁਰੂ ਕੇ ਸਵਾਰਿਓ ਹਿੰਦੁਸਤਾਨ ਦੀ ਸਰਕਾਰ ਕਹਿੰਦੀ ਹੈ ਵੀ ਗੁਰੂ ਤੇਗ ਬਹਾਦਰ ਸਾਹਿਬ ਨੇ ਸਾਡਾ ਤਿਲਕ ਤੇ ਜੰਝੂ ਨਹੀਂ ਬਚਾਇਆ, ਪਿੱਛੇ ਜਿਹੇ ਕਿਤਾਬਾਂ ਵਿੱਚ ਉਹਨਾਂ ਲਿਖ ਦਿੱਤਾ ਸੀ। ਤੇ ਉਧਰੋਂ ਅਸੀਂ ਕਹਿ ਰਹੇ ਹਾਂ ਵੀ ਇਹ ਬਾਣੀ ਨਹੀਂ ਗੁਰੂ ਦੀ, ਤੇ ਸਾਡੇ ਕੋਲ ਹੋਰ ਕੋਈ ਪ੍ਰੂਫ ਨਹੀਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹੀਦੀ ਦਾ ਸਿਵਾਏ ਵਚਿੱਤਰ ਨਾਟਕ ਤੋਂ। ਕੋਈ ਇਤਿਹਾਸ ਨਹੀਂ, ਸਿਰਫ ਵਚਿੱਤਰ ਨਾਟਕ ਦੱਸਦਾ ਹੈ ਕਿ ਤਿਲਕ ਜੰਝੂ ਰਾਖਾ ਪ੍ਰਭ ਤਾਂ ਕਾ, ਤੇ ਆਪਾਂ ਉਹਨੂੰ ਕੰਡਮ ਕਰ ਰਹੇ ਹਾਂ। ਦਾ ਮਤਲਬ ਅਸੀਂ ਉਹਨਾਂ ਦੀ ਝੋਲੀ ਵਿੱਚ ਬੈਠੇ ਹੋਏ ਹਾਂ। ਉਹ ਵੀ ਕਹਿੰਦੇ ਨਾ ਵੀ ਸਾਡੇ ਧਰਮ ਨੂੰ ਗੁਰੂ ਤੇਗ ਬਹਾਦਰ ਸਾਹਿਬ ਨੇ ਨਹੀਂ ਬਚਾਇਆ। ਉਹਨਾਂ ਇੱਥੋਂ ਤੱਕ ਪਿੱਛੇ ਲਿਖ ਦਿੱਤਾ ਸੀ ਵੀ ਉਹਨਾਂ ਦੇ ਨਾਲ ਧਾੜ ਵੀ ਰਹਿੰਦੇ ਸਨ, ਗੁਰੂ ਤੇਗ ਬਹਾਦਰ ਸਾਹਿਬ ਡਾਕੇ ਮਾਰਦੇ ਸਨ। ਫਿਰ ਸਿੰਘਾਂ ਨੇ ਕਹਿ ਕੁਆ ਕੇ ਸਾਰੇ ਜਿਹੜੇ ਜਿਨ੍ਹਾਂ ਦੀ ਪਹੁੰਚ ਸੀ ਉਹਨਾਂ ਕਿਹਾ ਵੀ ਤੁਸੀਂ ਇਹ ਕਿਉਂ ਲਿਖਦੇ ਹੋ ਸਤਿਗੁਰਾਂ ਬਾਰੇ? ਫਿਰ ਬਦਲਿਆ ਹੋ ਤੇ ਉਹਨਾਂ ਤੇ ਲਿਖਣਾ ਹੀ, ਜਦੋਂ ਅਸੀਂ ਆਪਣਾ ਇਤਿਹਾਸ ਤੋੜਨ ਵਾਸਤੇ ਤੁਰੇ ਹਾਂ ਵੀ ਇਹ ਹੈ ਨਹੀਂ। ਆਹ ਸਾਰੇ ਸ਼ਬਦ ਉਹਦੇ ਵਿੱਚ ਆਏ ਨੇ ਵਚਿੱਤਰ ਨਾਟਕ। ਤਿਲਕ ਜੰਝੂ ਰਾਖਾ ਪ੍ਰਭ ਤਾਂ ਕਾ, ਕੀਨੋ ਵੱਡੂ ਕਰਲੂ ਮੈਂ ਸਾਖਾ। ਇਸ ਲਈ ਇਹਦੇ ਵਿੱਚ ਜਿਹੜਾ ਮੈਂ ਵਿਸ਼ਾ ਲੈ ਰਿਹਾ ਸੀ, ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਸ਼ਹਾਦਤ ਦਿੱਤੀ, ਮਜਬੂਰੀ ਨਹੀਂ ਸੀ। ਜਦੋਂ ਉਹਨਾਂ ਵੇਖਿਆ ਵੀ ਸਾਡੇ ਸਰੀਰ ਦੀ ਜਿਹੜੀ ਪਰਾਲਬਧ ਹੈ ਨਾ, ਯਾਨੀ ਕਿ ਖਾਣਾ ਪੀਣਾ ਤੇ ਉਮਰ, ਉਹ ਹੁਣ ਪੂਰੀ ਹੋ ਗਈ ਕਿਉਂਕਿ ਸਰੀਰ ਦਾ ਧਰਮ ਸੀ, ਤਾਂ ਉਹਨਾਂ ਨੇ ਸੋਚਿਆ ਵੀ ਇਹ ਜਿਹੜਾ ਖੂਨ ਹੈ ਨਾ ਮੇਰਾ, ਇਹ ਕਿਉਂਕਿ ਸਤਿਗੁਰਾਂ ਦਾ ਖੂਨ ਆਮ ਬੰਦੇ ਦਾ ਖੂਨ ਨਹੀਂ ਸੀ। ਕਦੀ ਸੋਚੋ, ਮੈਂ ਪਿੱਛੇ ਵੀ ਬੇਨਤੀ ਕਰਕੇ ਆਇਆ ਵੀ ਭਾਈ ਜੈਤੇ ਨੇ ਸੀਸ ਜਦੋਂ ਲਿਜਾਣਾ ਸੀ ਅਨੰਦਪੁਰ ਸਾਹਿਬ, ਤੇ ਉਦੋਂ ਪਹਿਲਾਂ ਗੁਰੂ ਸਾਹਿਬ ਨੂੰ ਇੱਕ ਵਾਰੀ ਅੰਦਰ ਮਿਲਿਆ ਸੀ ਜੇਲ੍ਹ ਦੇ ਕਰਮਚਾਰੀ ਦੇ ਰੂਪ ਵਿੱਚ, ਤੇ ਗੁਰੂ ਸਾਹਿਬ ਨੇ
ਜਦੋਂ ਗੱਲਬਾत ਹੋਈ ਤੇ ਉਹਨੇ ਬੇਨਤੀ ਕੀਤੀ ਵੀ ਕਿਵੇਂ ਹੁਕਮ ਹੈ ਅੱਗੋਂ, ਤੇ ਹਜ਼ੂਰ ਨੇ ਕਿਹਾ ਸੀਸ ਲੈ ਜੀ। ਪੁੱਛਿਆ ਸੀਸ ਕਿਉਂ? ਕਹਿੰਦੇ ਜੈਤਿਆ ਸਾਡੇ ਸੀਸ ਨਾਲ ਸਾਡੇ ਕੇਸ ਨੇ, ਅਨੰਦਪੁਰ ਸਾਹਿਬ ਲੈ ਕੇ ਜਾਈ। ਤੇ ਸਬੱਬ ਨਾਲ ਉਸ ਸੀਸ ਦਾ ਸੰਸਕਾਰ ਉੱਥੇ ਹੋਇਆ ਸੀ ਜਿੱਥੇ ਅੱਜ ਤੱਕ ਸ੍ਰੀ ਕੇਸਗੜ੍ਹ ਸਾਹਿਬ, ਉਹਦੇ ਬਿਲਕੁਲ ਨਾਲ ਗੁਰਦੁਆਰਾ ਸਾਹਿਬ, ਉੱਥੇ ਸੰਸਕਾਰ ਹੋਇਆ ਨੇੜੇ। ਤੇ ਨਾਂ ਰੱਖਿਆ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਕੇਸਗੜ੍ਹ ਸਾਹਿਬ, ਹਾਲਾਂਕਿ ਉਸ ਸ਼ਹਿਰ ਦਾ ਨਾਂ ਪਹਿਲਾਂ ਅਨੰਦਪੁਰ ਸਾਹਿਬ ਟਿਕ ਚੁੱਕਾ ਸੀ। ਕਹਿਣ ਤੋਂ ਭਾਵ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਕੇਸਾਂ ਦੇ ਵਿੱਚ ਇੰਨੀ ਬਰਕਤ ਸੀ, ਇੰਨੀ ਤਾਕਤ ਸੀ, ਉਹਨਾਂ ਦੇ ਖੂਨ ਵਿੱਚ ਇੰਨੀ ਤਾਕਤ ਸੀ। ਜਦੋਂ ਉਹਨਾਂ ਨੇ ਸ਼ਹੀਦੀ ਦਿੱਤੀ, ਜਿਹੜਾ ਅੰਦਰੋਂ ਗਿਆਨ ਫੁੱਟਿਆ ਸੀ ਉਹ ਬਾਣੀ ਵਿੱਚ ਬੰਦ ਕਰਕੇ ਸਾਨੂੰ ਦੇ ਦਿੱਤਾ ਵੀ ਆਹ ਖਜ਼ਾਨਾ ਫੜ। ਤੇ ਜਦੋਂ ਉਹਨਾਂ ਨੇ ਸ਼ਹਾਦਤ ਦਿੱਤੀ, ਉਹਨਾਂ ਨੇ ਖੂਨ ਵੀ ਜਮ੍ਹਾਂ ਕਰਾ ਦਿੱਤਾ ਸਿੱਖ ਕੌਮ ਕੋਲ ਵੀ ਜਦੋਂ ਤੁਹਾਨੂੰ ਕੁਰਬਾਨੀ ਕਰਨੀ ਪਏਗੀ ਮੇਰਾ ਖੂਨ ਆਪੇ ਕੰਮ ਕਰਦਾ। ਇਸ ਲਈ ਭਾਈ ਦਿਆਲੇ ਨੂੰ ਜਦੋਂ ਦੇਗ ਵਿੱਚ ਉਬਾਲਣ ਲੱਗੇ ਸਨ ਤੇ ਥੋੜਾ ਚਿਰ ਖਲੋ ਗਏ, ਤੇ ਕੋਲ ਵਾਲੇ ਜਲਾਦਾਂ ਨੇ, ਕਾਜੀ ਨੇ ਸੋਚਿਆ ਵੀ ਦਿਆਲਾ ਸ਼ਾਇਦ ਦੇਗ ਦੇ ਕੋਲ ਖਲੋਣਾ ਸੌਖਾ ਪਾਣੀ ਦੇ ਉਬਲਦੇ। ਦਿਆਲਾ ਸ਼ਾਇਦ ਘਬਰਾ ਗਿਆ ਜਾਂ ਇਹਦਾ ਖਿਆਲ ਬਦਲ ਗਿਆ ਵੀ ਮੈਂ ਇਸਲਾਮ ਕਬੂਲ ਕਰ ਲਾਂ। ਤੇ ਦਿਆਲਾ ਹੱਥ ਜੋੜ ਕੇ ਕੁਝ ਕਹਿ ਰਿਹਾ ਸੀ ਦੇਗ ਵਿੱਚ ਬਹਿਣ ਤੋਂ ਪਹਿਲਾਂ, ਤੇ ਕਾਜੀ ਜਿਹੜਾ ਕੋਲ ਖੜਾ ਸੀ ਬਹਾਵੋਰਾ ਆਇਆ, ਉਹ ਕਹਿੰਦੇ ਦਿਆਲਿਆ ਕਿਵੇਂ ਸਲਾਹ ਬਦਲ ਗਈ ਹੈ, ਇਸਲਾਮ ਕਬੂਲ ਕਰੇਗਾ, ਖੜਾ ਕਿਉਂ ਹੈ? ਤੇ ਦਿਆਲੇ ਨੇ ਕਿਹਾ ਸੀ ਮੈਂ ਖੜਾ ਹੱਥ ਜੋੜ ਕੇ ਹੋਰ ਕਿਸੇ ਗੱਲੋਂ ਨਹੀਂ, ਮੈਂ ਖੜਾ ਤਾਂ ਵੀ ਮੈਂ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਅਰਦਾਸ ਪਿਆ ਕਰਨਾ, ਕਿਉਂਕਿ ਦਿਆਲੇ ਦਾ ਤੇ ਕੇਵਲ ਸਰੀਰ ਹੀ ਹੈ, ਦੇਗ ਵਿੱਚ ਬਹਿਣ ਦੀ ਇਜਾਜ਼ਤ ਤੇ ਪਹਿਲਾਂ ਹੀ ਗੁਰੂ ਅਰਜਨ ਦੇਵ ਨੇ ਦੱਸੀ ਹੋਈ ਹੈ, ਕਿਉਂਕਿ ਗੁਰੂ ਅਰਜਨ ਦੇਵ ਜੀ ਨੂੰ ਵੀ ਦੇਗ ਵਿੱਚ ਬਿਠਾਇਆ ਗਿਆ ਸੀ ਲਾਹੌਰ ਦੀ ਧਰਤੀ। ਯਾਨੀ ਕਿ ਸਿੱਖ ਜਿੱਥੇ ਕੁਰਬਾਨੀ ਕਰਦਾ ਹੈ ਅੱਜ ਤੱਕ ਵੀ, ਭਾਵੇਂ ਉਹ ਭਾਈ ਦਿਆਲਾ ਹੋਵੇ ਜਾਂ ਬਾਅਦ ਵਿੱਚ ਭਾਵੇਂ ਭਾਈ ਤਾਰੂ ਸਿੰਘ ਹੋਵੇ ਤੇ ਭਾਵੇਂ ਵਰਤਮਾਨ ਵਿੱਚ ਕੋਈ ਸ਼ਖਸੀਅਤ ਹੋਵੇ, ਉਹ ਸਰੀਰ ਸਿੱਖ ਦਾ ਹੁੰਦਾ ਹੈ। ਗੁਰੂ ਨੇ ਤੇ ਸਾਡੇ ਵਾਸਤੇ ਇੰਨੀ ਸਰਮਾਏਦਾਰੀ ਸ਼ਹਾਦਤ ਦੀ, ਇੰਨੀ ਅਮੀਰੀ ਦੇ ਦਿੱਤੀ ਹੈ, ਉੱਥੇ ਸਿੱਖ ਨਹੀਂ ਵਰਤਦਾ, ਉੱਥੇ ਉਹਦੇ ਅੰਦਰ ਗੁਰੂ ਹੱਥ ਦੇ ਕੇ ਸ਼ਹਾਦਤ ਦਿਵਾਉਂਦਾ ਹੈ। ਨਹੀਂ ਤੇ ਆਮ ਬੰਦੇ ਦੇ ਸੋਚਣ ਵਿੱਚ ਇਹ ਸ਼ਹਾਦਤਾਂ ਨਹੀਂ ਆਉਂਦੀਆਂ। ਜੇ ਇੱਕ ਮਨੁੱਖੀ ਬੁੱਧੀ ਦੇ ਤਲ ਤੇ ਸੋਚਿਆ ਜਾਏ ਵੀ ਕੋਈ ਬੰਦਾ ਉਬਲਦੇ ਪਾਣੀ ਵਿੱਚ ਬਵੇ, ਕੋਈ ਆਰੇ ਦੇ ਥੱਲੇ ਚੀਰਿਆ ਜਾਏ ਤੇ ਫਿਰ ਵੀ ਜਪਜੀ ਸਾਹਿਬ ਪੜ੍ਹੀ ਜਾਏ, ਕੋਈ ਰੂਮ ਵਿੱਚ ਖੜਾ ਹੈ ਵਲੇਟ ਕੇ ਅੱਗ ਲਾ ਦਿੱਤੀ, ਇਹ ਬੰਦੇ ਦੀ ਬੁੱਧੀ ਤੋਂ ਪਾਰ ਨੇ। ਬੰਦਾ ਕਹੇਗਾ ਇਹ ਕਿਵੇਂ ਹੋ ਸਕਦਾ ਹੈ? ਇਹ ਠੀਕ ਹੈ ਮਨੁੱਖੀ ਤਲ ਤੇ ਨਹੀਂ ਹੋ ਸਕਦਾ, ਪਰ ਜਦੋਂ ਗੁਰੂ ਕਿਸੇ ਮਨੁੱਖ ਦੇ ਸਰੀਰ ਦੇ ਅੰਦਰ ਆਪਣਾ ਬਖਸ਼ਿਸ਼ ਦਾ ਹੱਥ ਟਿਕਾਉਂਦਾ ਹੈ ਤੇ ਉਦੋਂ ਆਮ ਸਰੀਰ ਵੀ ਇਹ ਸਾਰੀਆਂ ਘਟਨਾਵਾਂ ਆਪਣੇ ਉੱਤੇ ਸਹਿ ਲੈਂਦਾ। ਇਹ ਗੁਰੂ ਦੀ ਬਖਸ਼। ਇਸ ਕਰਕੇ ਸਾਨੂੰ ਦੋ ਖਜ਼ਾਨੇ ਮਿਲੇ ਨੇ, ਇੱਕ ਸ਼ਬਦ ਦਾ ਖਜ਼ਾਨਾ ਤੇ ਇੱਕ ਸ਼ਹਾਦਤ ਦਾ ਖਜ਼ਾਨਾ। ਜਿਨ੍ਹਾਂ ਲੋਕਾਂ ਨੇ ਸ਼ਬਦ ਦੀ ਕਮਾਈ ਕੀਤੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੀ, ਉਹ ਫਿਰ ਸਚਿਆਰ ਹੋ ਗਏ। ਤੇ ਜਦੋਂ ਸਚਿਆਰ ਹੋਏ, ਉਹਨਾਂ ਨੇ ਸੱਚ ਬੋਲਿਆ, ਉਹ ਸੱਚ ਦੇ ਮਾਰਗ ਤੇ ਤੁਰੇ। ਤੇ ਸੱਚ ਇੱਕ ਐਸਾ ਨਸ਼ਾ ਹੈ ਜਿਹੜਾ ਉਹਨੂੰ ਪੀਣ ਲੱਗ ਪਵੇ, ਉਸ ਨਸ਼ੇ ਦੇ ਪੀਤਿਆਂ ਉਹਨੂੰ ਆਪਣੇ ਬੰਦ-ਬੰਦ ਕਟਾਉਣ ਦੇ ਵਿੱਚੋਂ ਵੀ ਸਵਾਦ ਆਉਂਦਾ। ਭਾਈ ਮਣੀ ਸਿੰਘ ਉਹ ਜਿਵੇਂ ਝੂਠ ਵਾਲੇ ਨੂੰ ਆਪਣੀ ਸਪੋਰਟ ਹੈ, ਝੂਠ ਬੋਲ ਕੇ ਮਾਇਆ ਇਕੱਠੀ ਕਰ ਲਈ। ਸਚਿਆਰ ਮਨੁੱਖ ਦੇ ਅੰਦਰ ਇੱਕ ਟਿਕਾ ਹੁੰਦਾ ਹੈ, ਖੁਸ਼ੀ ਹੁੰਦੀ ਹੈ, ਤੇ ਉਹ ਇਸ ਦੁਨੀਆ ਵਿੱਚ ਜਿਉਂਦਾ ਹੈ, ਜਿਹਨੂੰ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਨੇ ਭੈ ਕਾਹੂ ਕੋ ਦੇਤ ਨਹਿ, ਨਹਿ ਭੈ ਮਾਨਤ ਆਨ, ਕਹੋ ਨਾਨਕ ਸੁਣ ਰੇ ਮਨਾ, ਗਿਆਨੀ ਤਾਹੇ ਬਖਾਨ। ਕਿਸੇ ਨੂੰ ਡਰਾਉਣਾ ਨਹੀਂ, ਪਰ ਕਿਸੇ ਤੋਂ ਡਰਨਾ ਨਹੀਂ। ਇਸ ਤਰ੍ਹਾਂ ਦੀ ਦਸ਼ਾ ਵਿੱਚ ਉਹ ਰਹਿੰਦਾ ਹੈ। ਔਰ ਸਤਿਗੁਰੂ ਨੇ ਕੁਰਬਾਨੀ ਦਿੱਤੀ। ਇਹ ਕੁਰਬਾਨੀ ਪਰ ਉਪਕਾਰ ਨਾਲ ਸੰਬੰਧ ਰੱਖਦੀ ਹੈ। ਦੋ ਸਥਿਤੀਆਂ ਨੇ ਸੰਸਾਰ ਦੀਆਂ, ਸਵਾਰਥੀ ਹੋ ਕੇ ਜਿਉਣਾ ਤੇ ਪਰ ਉਪਕਾਰੀ ਹੋ ਕੇ ਜਿਉਣਾ। ਸਵਾਰਥ ਦਾ ਮਤਲਬ ਹੈ ਜ਼ਿੰਦਗੀ ਨੂੰ ਸਿਰਫ ਆਪਣੇ ਐਂਗਲ ਤੋਂ ਵੇਖਣਾ, ਸਿਰਫ ਆਪਣੇ ਸੁੱਖ ਦੀ ਫਿਕਰ ਕਰਨੀ। ਤੇ ਪਰ ਉਪਕਾਰ ਦਾ ਮਤਲਬ ਹੈ
अपनी फिक्र घट करनी ते दूजियां दी फिक्र ज़्यादा करनी, दूजियां वास्ते। ये रब का सुभाਅ है, एवें नहीं आउंदा। रब का यह सुभाਅ है। तुसीं वेखो, आपां कहने बाणी विच पढ़ने भी सारिਆਂ ਨੂੰ रिजक दिंदा है। किन्ने शब्द आउंदे कि सारी दुनिया नूं रिजक दे रहे कि रोजी रजाक है, रहीम है, रिहक है। कलगीधर पातशाह जल में जंतु पायन तिन्हां भी रोजी दे। पर साध संगत जी उहदा काम वेखो, सारिਆਂ ਨੂੰ खाण ਲਈ दिंदा पर आप कुछ नहीं खांदा, ਉਹਦੀ ਲੋੜ ही नहीं, दूजिਆਂ ਨੂੰ दे ਜਾਂਦਾ। ਜਦੋਂ ਕੋਈ ਉਹਦੇ ਨਾਲ ਜੁੜਿਆ ਉਹਦੇ ਵਿੱਚ ਵੀ ਇਹ ਸੁਭਾਅ ਪ੍ਰਗਟ ਹੋ ਜਾਏਗਾ। ਉਹ ਆਪਣੇ ਵਾਸਤੇ ਬਹੁਤ ਘੱਟ ਕਰੇਗਾ ਤੇ ਦੂਜਿਆਂ ਵਾਸਤੇ ਜ਼ਿਆਦਾ ਕਰੇ। ਬ੍ਰਹਮ ਗਿਆਨੀ ਪਰ ਉਪਕਾਰ ਉਮਾਹ, ਉਹਦੇ ਵਿੱਚ ਇੱਕ ਚਾਅ ਪੈਦਾ ਹੁੰਦਾ ਹੈ। ਤੇ ਸੱਚੇ ਪਾਤਸ਼ਾਹ ਜੀ ਨੇ ਇਹ ਦਾਤ ਸਾਨੂੰ ਦਿੱਤੀ ਕਿ ਗੁਰੂ ਕੇ ਸ਼ਬਦ ਨਾਲ ਜੁੜਨਾ, ਧਰਮ ਦੀ ਕਿਰਤ ਕਰਨੀ, ਸੱਚ ਦੇ ਮਾਰਗ ਤੇ ਤੁਰਨਾ, ਔਰ ਸਦੀਵ ਕਾਲ ਵਾਸਤੇ ਗਿਆਨ ਤੇ ਅਗਿਆਨ ਦੀ ਪਰਿਭਾਸ਼ਾ ਨੂੰ ਸਮਝ ਲੈਣਾ। ਗਿਆਨ ਦੇ ਅਰਥ ਨੇ ਜੋ ਮੇਰਾ ਨਹੀਂ, ਉਹਦੀ ਸਿਰਫ ਵਰਤੋਂ ਕਰਨੀ ਹੈ, ਉਹਨੂੰ ਆਪਣਾ ਨਹੀਂ ਸਮਝਣਾ। ਵਰਤੋਂ ਕਰਨ ਤੋਂ ਰੋਕਿਆ ਨਹੀਂ, ਪਦਾਰਥ ਦੀ ਵਰਤੋਂ ਕਰਨੀ ਪਰ ਉਹਨੂੰ ਆਪਣਾ ਨਾ ਜਾਣਨਾ, ਇਹ ਗਿਆਨ ਹੈ। ਪਰ ਜਾਂ ਭੀਤਰ ਜੋ ਰਾਮ ਵਸਤ ਹੈ, ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਬਈ ਸਾਧੋ ਇਹ ਤਨ ਮਿਥਿਆ ਜਾਨੋ, ਇਹ ਸਰੀਰ ਤਾਂ ਝੂਠਾ ਹੈ, पर या भीतर इस शरीर के अंदर जिहड़ी जोत वसदी है, या भीतर जो राम वस्त है, साचो ताहे पछानो, उस सच नाल जुड़ो, अंदर लेगा। वो गुरु के शब्द द्वारा जुड़िया जाता है। सो आओ आप सतगुरां दे प्यार में सारे शीश झुकाइए गुरु तेग बहादुर साहब जी के चरणों में, ते सारे प्यार नाल उच्चारण करो जी, वाहिगुरु 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 वाहिगुरु। खुल के बोलो सारे, पूरी आवाज़ में। पहला सीधे होके बैठो, चमकड़ा मार, रीढ़ की हड्डी सीधी कर, फिर पूरी आवाज़ में बोलना जी, वाहिगुरु वाहिगुरु वाहिगुरु
ਵਾਹਿਗੁਰੂ 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 सतगुरां दीयां बख्शां गुरु तेग बहादुर साहब पातशाह जी का फरमान मन रे प्रभ की शरण विचारो जे सिमरत गनका सी उदरी तां को जस अवतारो। सो उन्हां दी अथाह कुर्बानियां ये उन्हां नूं नमस्कार गुरु चरनां नाल जुड़िए। सो ये समा सतगुरां ने एक हफ्ते वास्ते जिवें भाई साहब जी ने आप जी नूं दस्सिया अज क्योंकि इतिहासक दिन सी कल तो फिर आपां 12 भाई गुरदास जी दियां ठीक 6:15 बजे समय तो लैके विचारां करन दा यतन करांगे। सारिਆਂ ਦਾ बहुत बहुत धन्यवाद। फुल्लां चुकां दी खिमा। वाहिगुरू जी।